KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:24 ਹੋਏ ਨੇ। 11 ਫਰਵਰੀ ਦਾ ਦਿਨ ਹੈ। ਬਰਾ 2021 ਦਾ ਵੀਰਵਾਰ ਹੈ। ਮਾਘ ਹੋ ਗਿਆ 30। ਨਾਨਕ ਸ਼ੇ ਸੰਮਤ 552। ਨਿੱਘਾ ਹਾਰਦਿਕ ਸਵਾਗਤ ਹੈ। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਗ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ 'ਚ ਖਬਰਾਂ ਅੱਜ ਖਬਰਾਂ ਦੇ ਨਾਲ ਹੀ ਤੁਹਾਡੇ ਵਿਚਾਰ ਚਰਚਾਵਾਂ ਚੱਲਣਗੀਆਂ। ਖਬਰਾਂ ਕਈ ਵਾਰ ਪਿੱਛੇ ਰਹਿ ਜਾਂਦੀਆਂ ਨੇ। 3-4 ਖਬਰਾਂ ਵੱਡੀਆਂ ਅੱਜ ਸੁਣਾਊਂਗਾ, ਤੁਸੀਂ ਨਾਲ ਸ਼ਾਮਲ ਹੋਣਾ ਤੇ ਬਸ ਇਹੋ ਹੀ ਗੱਲਾਂ ਆਪਾਂ ਕਰਾਂਗੇ। ਤੇ ਖਬਰਾਂ ਹੀ ਉਹ ਨੇ ਜਿਹੜੀਆਂ ਅੱਜ ਮੌਕੇ ਦਾ ਧਿਆਨ ਮੰਗਦੀਆਂ। ਤੁਸੀਂ ਨਾਲ ਰਹਿਣਾ। ਬਸ ਇੱਕ ਗਲੋਬਲ ਨਿਊਜ਼ ਦੀ ਗੱਲ ਵੀ ਆਪਾਂ ਕਰਨੀ ਹੈ ਕਿ ਗਲੋਬਲ ਨਿਊਜ਼ ਨੇ ਕੀ ਖਬਰ ਦਿੱਤੀ ਹੈ, ਉਸ ਦੇ ਬਾਰੇ ਉਹਦਾ ਕੀ ਸੁਨੇਹਾ, ਉਹਦੇ ਵਿੱਚ ਕੀ ਕਿਹਾ ਗਿਆ ਤੇ ਉਹਦਾ ਖਿਆਲ ਕਿਵੇਂ ਰੱਖਣਾ ਹੈ, ਉਹਦੇ ਬਾਰੇ ਕੀ ਸੋਚਣਾ ਹੈ, ਇਸ ਦੇ ਬਾਰੇ ਵੀ ਗੱਲਬਾਤ ਹੋਏਗੀ। ਕਿਸਾਨ ਸੰਘਰਸ਼ ਦੀ ਗੱਲਬਾਤ ਵੀ ਨਾਲ ਚੱਲਣੀ ਹੈ। 144 247 1550 ਉਹਨੇ ਨੰਬਰ ਰਹੇਗਾ। 18442471 1550 604 729 1224 WhatsApp ਤੇ ਟੈਕਸਟ ਲਈ ਆਪਣਾ ਘਰ ਵਾਲਾ ਨੰਬਰ ਹੈ। KRPradio.com ਤੇ ਸਿੱਧਾ ਪ੍ਰਸਾਰਣ ਪ੍ਰੋਗਰਾਮ ਦੋਨੇ ਹੀ ਲੋਕ ਸੱਤ ਤੇ ਪਾਏ ਹੁੰਦੇ ਨੇ। LOKSATTH ਪਵਨ ਦਾ ਕੰਮ ਵੱਧ ਗਿਆ। ਹੁਣ ਦੋਨੇ ਪ੍ਰੋਗਰਾਮ ਸ਼ੇਰੇ ਪੰਜਾਬ ਦਾ ਵੀ ਇੱਥੇ ਹੀ ਪਾਇਆ ਹੁੰਦਾ ਤੇ ਲੋਕ ਸੱਤ ਵਾਲੇ ਪਾਇਆ ਹੁੰਦਾ। ਦੋਨੇ ਪ੍ਰੋਗਰਾਮ ਅੱਡ ਪੁਣ ਕੇ ਪਾਉਂਦਾ। ਕੱਲ ਦੀ ਕਹਾਣੀ ਤੁਸੀਂ ਰਾਮਸਰੂ ਪਣਖੀ ਜੀ ਦੀ ਪਸੰਦ ਕੀਤੀ ਹੈ, ਧੰਨਵਾਦ। ਦੁੱਖ ਦੀਆਂ ਕਹਾਣੀਆਂ ਨੇ ਉਹ। ਤੇ ਇਹ ਸੈਗਮੈਂਟ ਜਿਹੜੀ ਕਹਾਣੀ ਦੀ ਹੈ ਬੜੀ ਵਧੀਆ ਨਿੱਜੀ ਤੌਰ ਤੇ ਮੈਨੂੰ ਲੱਗਦੀ ਹੈ। ਨਵੀਆਂ ਕਿਤਾਬਾਂ ਲੱਭ ਕੇ ਲਿਆਈ ਦੀਆਂ ਨੇ, ਫਿਰ ਉਹ 'ਚ ਤੁਹਾਨੂੰ ਕਹਾਣੀ 5-5 7-7 ਕਹਾਣੀਆਂ ਤੇ ਨਿਗਾਹ ਰਹਿੰਦੀ ਹੈ ਹਫ਼ਤੇ 'ਚ। ਫਿਰ ਉਹਨੂੰ ਸੁਣੀ ਦਾ, ਫਿਰ 3-4 ਦੋਸਤਾਂ ਨੂੰ ਪੁੱਛੀਦਾ ਵੀ ਕਿਹੜੀ ਸੁਣਾਈਏ, ਫਿਰ ਤੁਹਾਡੇ ਸਨਮੁਖ ਕਰੀਦੀ ਹੈ। ਕਈ ਵਾਰ ਦੂਸਰ ਵੀ ਲੱਗ ਜਾਂਦੀ ਹੈ, ਪਹਿਲਾਂ ਸੁਣਾਈ ਹੁੰਦੀ ਹੈ ਤੇ ਫਿਰ ਉਹ ਵਧੀਆ ਕਹਾਣੀ ਹੁੰਦੀ, ਇੱਕ ਵਾਰ ਫਿਰ ਸੁਣਾਉਣ ਨੂੰ ਜੀ ਕਰਦਾ ਹੁੰਦਾ। ਧੰਨਵਾਦ ਸਾਰਿਆਂ, ਤੁਸੀਂ ਪਸੰਦ ਕਰਦੇ ਹੋ। ਸੁੱਤਾ ਸੈਂ ਪੰਜਾਬ ਸਿਆਂ ਸਮੇਂ ਦੇ ਗੇੜ, ਦਿੱਤਾ ਤੈਨੂੰ ਛੇੜ, ਤੋੜ ਬੈਰੀਕੇਡ, ਆ ਗਿਆ ਦਿੱਲੀ। ਸੱਦ ਰਹੇ ਮੀਟਿੰਗਾਂ ਜੀ, ਗੱਲ ਲਮਕਾਉਂਦੇ, ਹੱਲ ਨਾ ਚਾਹੁੰਦੇ, ਆਪ ਨਾ ਆਉਂਦੇ, ਅਡਾਉਂਦੇ ਖਿੱਲੀ। ਠੰਡ ਕਾਂਬਾ ਚਾੜ ਰਹੀ, ਪੈਂਦਾ ਕਈ ਕੋਹ ਦਾ ਮਹੀਨਾ, ਪੋਹ ਦਾ ਭਾਣਾ ਹੈ ਉਹਦਾ, ਹੋਇਓ ਨਾ ਢਿੱਲੇ। ਹੈ ਇਹੀ ਇਤਿਹਾਸ ਸਾਡਾ, ਖੰਡੇ ਖੜਕਾਉਂਦੇ, ਪਿੱਛੇ ਨਾ ਭੌਂਦੇ, ਕੱਢਦੇ ਆਉਂਦੇ ਧੌਣ ਚੋਂ ਕਿੱਲੇ। ਬੜੇ ਹੇਠ ਟਰਾਲੀਆਂ ਦੇ ਸਿਦਕ ਦੇ ਪੂਰੇ ਤਾੜ ਕੇ ਭੂਰੇ, ਸੁੱਤੇ ਨੇ ਸੂਰੇ ਵਿਛਾ ਕੇ ਦਰੀਆਂ। ਬੈਠੇ ਪਿਓ ਦਾਦੇ ਜੀ ਦੁਖਣ ਹੱਥ ਗੋਡੇ, ਹੋ ਗਏ ਹੱਡ ਬੋਡੇ, ਧੂਈਆਂ ਤੋਂ ਕੋਡੇ ਮਿਹਨਤਾਂ ਕਰੀਆਂ। ਦਿੱਤਾ ਇੰਡੀਆ ਨੂੰ ਕਣਕ ਤੇ ਝੋਨੇ, ਫਸਲ ਇਹ ਦੋਨੇ ਬਣਾ ਤੇ ਸੋਨੇ, ਢਾਲ ਕੇ ਟਿੱਲੇ। ਹੈ ਇਹੀ ਇਤਿਹਾਸ ਸਾਡਾ, ਖੰਡੇ ਖੜਕਾਉਂਦੇ, ਪਿੱਛੇ ਨਾ ਭੌਂਦੇ, ਕੱਢਦੇ ਆਉਂਦੇ ਧੌਣ ਚੋਂ ਕਿੱਲੇ। ਚੱਲੇ ਲੰਗਰ ਖਾਲਸੇ ਦਾ, ਦਿਲਾਂ ਦੇ ਖੁੱਲੇ ਮਗਾ ਤੇ ਚੁੱਲ੍ਹੇ ਜੀ, ਲੁੱਟਦੇ ਬੁੱਲੇ ਦਿੱਲੀ ਦੇ ਵਾਸੀ। ਪਤਾ ਵਕਤ ਹਾਕਮਾਂ ਨੂੰ ਪਿੰਡ ਬਸਾ ਤੇ ਮੇਲੇ ਹੀ ਲਾਤੇ ਜੀ, ਧੂਏ ਚੜਾ ਤੇ ਇਹਨਾਂ ਦੇ ਨਾਸੀ। ਪਾਤਰਪਾਲ ਟਰਾਲੀ ਤੇ ਰੂਮ ਬਣਾਤੇ, ਬਲਬ ਲਗਾਤੇ, ਤਣੀ ਤੇ ਪਾਤੇ ਕਸ਼ਹਿਰੇ ਗਿੱਲੇ। ਇਹੀ ਇਤਿਹਾਸ ਸਾਡਾ, ਖੰਡੇ ਖੜਕਾਉਂਦੇ, ਪਿੱਛੇ ਨਾ ਭੌਂਦੇ, ਕੱਢਦੇ ਆਉਂਦੇ ਧੌਣ ਚੋਂ ਕਿੱਲੇ। ਚੱਲੇ ਦੌਰ ਪੀਜ਼ਿਆਂ ਦਾ, ਹੋ ਕੇ ਜੱਟ ਵਿਹਲੇ, ਛਕਣ ਗਜਰੇਲੇ, ਵਰਤਨੇ ਕੇਲੇ, ਸੇਕਦੇ ਧੁੱਪਾਂ। ਇਹ ਜਾਣੂ ਜੰਗਾਂ ਦੇ ਲੜਾਕੂ ਸਾਰੇ, ਹੋਣ ਨਾਕਾਰੇ, ਸੁਣੀ ਸਰਕਾਰੇ, ਮਾਰੂ ਨੇ ਚੁੱਪਾਂ। ਬੜੇ ਪੱਕੇ ਹਿੰਡਾਂ ਦੇ ਬਾਣੀਆਂ, ਪੜ੍ਹਦੇ ਧਰਮ ਲਈ, ਮਰਦੇ ਫੈਸਲੇ ਕਰਦੇ, ਇੰਚ ਨਾ ਹਿੱਲੇ। ਇਹੀ ਇਤਿਹਾਸ ਸਾਡਾ, ਖੰਡੇ ਖੜਕਾਉਂਦੇ, ਪਿੱਛੇ ਨਾ ਭੌਂਦੇ, ਕੱਢਦੇ ਆਉਂਦੇ ਧੌਣ ਚੋਂ ਕਿੱਲੇ। ਧੌਣ ਚੋਂ ਕਿੱਲੇ। ਕੁੱਦਾ ਸਿੰਘ ਲਿਖਦਾ ਹੈ ਟਿੱਕਰੀ ਵਾਟਰ ਤੋਂ। ਕਦੇ ਦਿੱਲੀ ਆਉਣਾ ਹੁੰਦਾ ਨਾ, ਪਿੰਡਾਂ 'ਚ ਕਹਿ ਕੇ ਤੁਰਿਓ, ਬਚ ਕੇ ਤੁਰਿਓ, ਲੁੱਟ ਲੈਂਦੇ ਆ ਦਿੱਲੀ। ਚੋਰ ਬਾਜ਼ਾਰ ਉੱਥੇ ਬੰਦਾ ਵੇਚ ਕੇ ਖਾ ਜਾਂਦਾ। ਬਾਈ ਸਾਹਿਬ ਦੇਖੀ, ਇੱਕ ਦੂਜੇ ਦੇ ਨੇੜੇ ਰਹੋ। ਜਾਂ ਹਵਾਈ ਜਹਾਜ਼ਾਂ ਦੇ ਅੱਡੇ ਬੰਦਾ ਚੜਾਉਣ ਜਾਂਦੇ, ਜਾਂ ਭੂਆ ਦੀ ਕੁੜੀ ਨੂੰ ਲਾਉਣ ਆਉਂਦੇ। ਰਾਹ 'ਚ ਕਿਤਨਾ ਰੁਕਦੇ, ਜਰਕਦੇ ਜਦ ਕਹਿੰਦੇ ਤੂੰ ਪੰਜਾਬ ਵੜਦਾ ਕਰ ਬਾਈ, ਚਾਹੇ ਖਨੌਰੀ ਵਾਲੇ ਪਾਸਿਓਂ ਚਾਹੇ ਸ਼ੰਭੂ ਵਾਲੇ। ਸ਼ੰਭੂ ਟੱਪ ਕੇ ਕਹਿੰਦਾ ਗੱਡੀ ਰੋਕੀ ਮਾੜੀ ਜਿਹੀ, ਉੱਤਰ ਕੇ ਮੱਥਾ ਟੇਕਦਾ, ਨਤਮਸਤਕ ਹੁੰਦਾ ਗੁਰਾਂ ਦੀ ਧਰਤੀ ਨੂੰ। ਧਰਤੀ ਤਾਂ ਸਾਰੀ ਉਹ ਸੀ, ਸਾਰਾ ਕੁਝ ਹੀ ਆਲੇ ਦੁਆਲੇ ਦਾ ਦਿੱਲੀ ਦਾ ਆਪਣਾ ਹੀ ਸੀ। ਏਅਰਪੋਰਟ ਜਿਹੜਾ ਜਿੱਥੇ ਬਣਿਆ ਉਹ ਵੀ ਪੰਜਾਬ ਸੀ ਕਦੇ। ਚੱਲ ਆ ਗੱਲ ਨੂੰ ਇੱਧਰ ਨੂੰ, ਦਿੱਲੀ ਦਾ ਉਪਰਾਪਣ ਹੁਣ ਖਤਮ ਹੋ ਗਿਆ। ਸਿੰਘੂ ਬੈਰੀਕੇਡਾਂ ਨਾਲ ਬੰਨੇ, ਸਿੰਘਾਂ ਦੇ ਘੋੜਿਆਂ ਤੋਂ ਲਾ, ਜਿਵੇਂ ਪੰਜਾਬ ਦੀ ਹੱਦ ਇੱਥੋਂ ਹੀ ਸ਼ੁਰੂ ਹੁੰਦੀ ਹੈ। ਲੱਗਦਾ ਹੀ ਨਹੀਂ ਦਿੱਲੀ ਫਿਰਦੇ ਆ, ਬਠਿੰਡਾ ਲੁਧਿਆਣਾ ਜਾਂ ਪੰਜਾਬ ਦਾ ਕੋਈ ਹੋਰ ਸ਼ਹਿਰ ਲੱਗਦਾ।
केसरी निशान ला के बेखौफ घूमते मुंडे दबमी आवाज च हरियाणे का पुलिस भी कहता हम भी किसान के बेटे हैं, आपके साथ हैं, समा निकाल करके जाना, इससे ना चले जाना इधर से। मेलिਆਂ ਦਾ माहौल देखे देखना तो कुंडली देखो, पिंडा का मूंह महांदरा देखना तो टिकरी जाओ। सौं धराल है कुंडली वाले बार्डर से 50,000 बंदा गरीब आले दुआले के पिंडों का छकदा, वो जद भी झाकते ने खास वाल हाथ जोड़ के कहते जाओ ना अंकल, इधर ही रहना। नाले मुंह भर के मोदी नूं बोलदे ने, लिप पोच के बनाए चुल्हिਆਂ कोल रौनकां ने, ट्राली नाल पौड़ियां चिमटे पाउणे ते रसोई दा निक सुक लमकाया वे है। माझे मालवे दुआबे पाद हरियाणे यूपी तो लखां हत्थां ਦੀਆਂ ਵੱਟੀਆਂ, अलसी खोए चौल बेसन ਦੀਆਂ पिन्नियां ਦਾ जायका ਇੱਕੋ ਥਾਂ ਹੀ ਮਿਲਦਾ। कल बाबा मैनू कहदा इउं कर, उत्थों बाटी लिया ਚੱਕ के, मैं बाटी लिया, कहदा इउं कर आ ਜਿਹੜੀਆਂ पिन्नियां ने इन्हां नूं हत्थां नाल मल्ला भोर के बाटी च पा के बाहर नूं कढ के कोले उपर रख दे। जद पंजीरी दे विचों सड़े हुए घिओ दा धर्म नाल जैका आया, अखां नक दे विच भूरी कीड़ी वांगू देसी घिओ जिहड़ा चूंडियां वड्डे। पंजाब जित गया, लीडरां दा जितना बाकी है। सारे सादे लंगरां दे हमायतियां, पर इत्थे बदामां पींदे मसाज कुर्सियां ते कीता खर्चा चढ़दी कला दा प्रतीक है। दिल्ली दी चाणक्यपुरी दे आले दुआले बड़े महलां च रहण वाले गांधी टोपी वाले जिन्ने नेते ने, उन्हां नूं इह बहुत रड़कदा। मसला बिलां दा नहीं, वो भी बैठे जिन्हां कोल औरा पैली नहीं। गल तां इह सी कि साडे खून च ही दिल्ली तख्त नाल लड़न दा चाह रहा। एक तेरी आड़ भन्नणी, लस्सी पीण दा शौक ना कोई, खुड्डियां दे कंगारू जेबां च पावर बैक पाई, सेहरे बन के ट्रैक ते बैठ के मुंडे बार्डर वाल नारे मारदे ने कि लै मोदिया आ गए। साडी कौम दा नवेकला पानी है। जे मोदी दी सच्ची कोई कुड़ी हुंदी तां फिर कुड़ी नूं किसी टारगेट नहीं सी करना, कुछ नहीं सी कहना, ये साडी सादगी है। फिर किसी ने प्राहुणा भी नहीं सी बनना। लगातार इकट्ठ वध रहा है। सरहद सभा तो लोग इधर आ रहे हैं, आगू तकड़े रहन। पंजाब तां थाने वांगू अड़िया खड़ा है। गुरदास सिंह ने भी कुछ लिखिया, कुछ मैं भी जोड़िया विच। BC दे विच ओवरडोज ड्रग नाल मरण वालियां दी गिणती जिहड़ी बहुत वध रही है। 2020 के आंकड़े देना, पर एक कॉलर वेट कर रहे हैं जी, उन्होंने गल कर लवां। सर हरदयाल सिंह जी, लाइन नंबर 2। हरदयाल सिंह जी जावड़े, चलो। ओवरडोज जिहड़ी छोटियां साडियां कम्यूनिटी दे विच ओवरडोज दे नाल बहुत लोग मर रहे हैं, नशे वालियां दवाइयां, क्योंकि कोविड ने उन्हां दी सप्लाई रोकती। दुनिया दे विचों कंटेनर हाल होणों हट गए, घट गए, ते फिर वो गलत हत्थां च इत्थे बन लगी। 1700 जने 2020 दे विच मारे गए। BC दे विच 12 महीने च 1700 बने। 150 दे करीब 140 दे करीब एक महीने च, एवरेज 4.5 बंदे एक दिन च। गल चलती है ना, इत्थों बैठे असीं उधर नूं, तां पंजाब तक खत्म हो गया जी नशियां दे विच जी, तां ड्रगां दे सी, वो तां नाड़ियां सल्लियां पईयां ते बुरा हाल हो गया। आ तुहाडी जगह च वन ऑफ द बेस्ट नेशन, डेवलप्ड नेशन, जिथे 911 च कहंदे घूकरां पैंदियां ने, 4 मिनट च एंबूलेंस आ जांदे ने। आ 1700 किहनां दा मर गया भी फिर, और सारे इहदे तो भज रहे ने। बिचे फैडरल, बिचे प्रोविंशियल, बिचे सिटी दी म्यूनसिपैलिटियां सारियां पिट करदियां ने। पता क्यों करदियां ने? वो कहंदे ये तां मरन वाले ही ने, कहंदे ने। इत्थे राजनीतिक बंदे कह दिंदे आ, कहंदे ये तां क्रिमिनल है। कदे उन्हां दी जिंदगी दे विच उन्हां नाल बैठ के कदे वेखो उन्हां नाल गल करके। वो सारियां दे हसदे वसदे घर सी, सारियां दे वो दुखी होके जब तुहाडे कोल आउंदे आ। सरबत दा भला एक छोटा जिहा एक ट्रस्ट बनाया जी, असीं प्रसादा छकाउने आ जाके 8-10 जने। अपने मुंडे 5-4 आउंदे ने, ओहदा च अंग्रेजी ते पंजाबी बोलदे, ते जद ओह कुछ खांदे ने फिर वो सानू वेख के मूहरे कहते बस हुण मैं ठीक हो जाना, हुण मैं रीहैब जाना। तुसीं ये देखो बई ये काले धन दी सब तो वड्डी मार्केट जिहड़ी कित्थों ड्रग चलदी है, कित्थे आके बंदे मारदे दुनिया दे दूजे कोने।
सब पता है, सरकारां नूं पता है, पुलिस नूं पता है कि ये भर भर के जिहड़े बैग नोटां दे गए ने कसीनोआं दे विच ये ड्रग दी मनी है, ड्रग दी मनी। किवें जिहड़ा BC दा सब तो मशहूर भंग है, वो भंग किवें बॉर्डर टपदी रही अमरीका नूं, किवें जिहड़े भर के कंटेनर जांदे रहे ने, सब नूं पता। ते ओह बेकी हुई भंग दिखदी भी है हुण पिंड शहर दे विच। ये जिहड़े मर रहे ने, चलो फिर भी मैं एक गल करां, जिहड़ा कोई नशा करदा भंग नाल बंदा नहीं मरदा, पर जहरीलियां जिहड़ियां दवाइयां पता ही नहीं किवें बनदियां। लैब्स जद पिंडां दे पंजाब दे विचों बाल्टियां शुरू होईयां सी ना, बहुत बाल्टियां आईयां ने इत्थे भी, बाल्टी लै जाओ 3 लाख दी विकदी है, बाल्टियां आ गईयां, बाल्टियां चले गईयां, आ गईयां जी कनेडा पोस्ट, ते कनेडा पोस्ट चकतियां जी करतियां, ते बहुत कुछ चलिया कम्यूनिटी दे विच। ते आह हुण जिहड़े लोग मर रहे ने, इन्हां नूं इउं छड्डिया होया जिवें सारी जिंदगी बलद नूं बाह के ना उहदी नत्थ वड्ढ के छड्ड दिंदे आ भी चल बई जा। फिरदियां हुंदियां ना पिंडां दे विच अपणियां बलद फिरदे हुंदे ने, शहरां दे विच गावां फिरदियां हुंदियां ने, जिन्हां नूं दुੱਧ ਤੋਂ ਬਾਅਦ ਲਾ ਦਿੰਦੇ ਨੇ ਰੱਸੇ। ਇਹ ਲੋਕ ਹੱਸਦੇ ਵਸਦੇ ਸੀ ਤੁਹਾਡੇ ਮੇਰੇ ਵਾਂਗੂ, ਸਾਰੇ ਚੰਗੇ ਘਰਾਂ ਦੇ ਵਿੱਚ, ਇਨਸਾਨ ਦੇ ਰੂਪ ਦੇ ਵਿੱਚ ਇਸ ਧਰਤੀ ਤੇ ਜੰਮ ਕੇ। ਕੋਈ ਨਹੀਂ ਚਾਹੁੰਦਾ ਉਹਦਾ ਉਜੜੇ। ਮੰਨ ਲਓ ਗੱਲ ਇਹ, ਨਸ਼ਾ ਕਰਨ ਵਾਲਾ ਰਾਤ ਨੂੰ ਦਾਰੂ ਪੀ ਕੇ ਲਲਕਰੇ ਮਾਰ ਦੇਵੇ, ਵੜ ਦਾਂਗੇ, ਤੁਰ ਦਾਂਗੇ, ਆਹ ਕਰ ਦਾਂਗੇ, ਜਦ ਉੱਤਰ ਜਾਂਦੀ ਆ ਉਹ ਕਹਿੰਦਾ ਯਾਰ ਕਾਹਦੇ ਲਈ ਇਹ ਕੀਤਾ ਮੈਂ। ਇਹ ਲੋਕ ਨੌਕਰੀਆਂ ਤੇ ਰਹਿੰਦਿਆਂ ਦੇ, ਤੁਸੀਂ ਵਰਕਸੇਫ BC ਦੇ ਸਤਾਏ ਹੋਏ ਲੋਕਾਂ ਨੂੰ ਕਦੇ ਗੱਲ ਕਰਕੇ ਤੁਸੀਂ ਵੇਖਿਓ, ਤੁਹਾਨੂੰ ਪਤਾ ਲੱਗੂਗਾ। ਆਪਣਾ ਮੁੰਡਾ ਗਿੱਲ, ਉਹਨੇ ਕਿਹੜੀ ਜਗ੍ਹਾ ਛੱਡੀ ਆ ਪਿਛਲੇ 3-4 ਸਾਲਾਂ ਤੋਂ, 5 ਸਾਲਾਂ ਤੋਂ, ਕਿਹੜੀ ਜਗ੍ਹਾ, ਕਿਹੜਾ ਗੁਰਦੁਆਰਾ, ਕਿਹੜਾ ਪਬਲਿਕ ਫੰਕਸ਼ਨ, ਕਿਹੜੀਆਂ ਵੋਟਾਂ ਦੇ ਸਮੇਂ ਉਹਦੀ ਨਹੀਂ ਕਿਸੇ ਨੇ ਸੁਣੀ। ਉਹਦੇ ਵੀ ਕੰਮ ਤੇ ਸੱਟ ਲੱਗੀ ਸੀ, ਉਹ ਪੇਂਟਰ ਸੀ, ਬਹੁਤ ਵਧੀਆ ਨੌਕਰੀ ਕਰਦਾ ਸੀ, ਨਾਲ ਇੰਸਟ੍ਰਕਟਰ ਸੀ BCIT ਦੇ ਵਿੱਚ। ਚਲੋ ਉਹ ਚੰਗੇ ਹੱਥਾਂ 'ਚ, ਉਹਦੇ ਪਿਤਾ ਜੀ ਨੇ ਉਹਦਾ ਖਿਆਲ ਰੱਖਤਾ, ਉਹਦੇ ਜਵਾਕ ਪੜ ਰਹੇ ਨੇ। ਜੇ ਉਹ ਉਹਦੇ ਆਲੇ ਦੁਆਲੇ ਕੋਈ ਨਾ ਹੁੰਦਾ, ਕੀ ਹੋਣਾ ਸੀ? ਅਖੀਰ ਟੁੱਟ ਕੇ ਜਾਂ ਜਵਾਕ ਭੁੱਖੇ ਮਰਦੇ ਆ, ਜਵਾਕਾਂ ਕੋਲ ਚੀਜ਼ਾਂ ਨਹੀਂ ਤਾਂ ਬੰਦੇ ਘਰ ਛੱਡ ਦਿੰਦੇ। ਇਹਨਾਂ ਦੀ ਵੀ ਸ਼ੁਰੂਆਤ ਇਸ ਤਰ੍ਹਾਂ ਹੁੰਦੀ ਆ, ਕੰਮ ਤੇ ਲੱਗੀ ਸੱਟ ਤੋਂ ਬਾਅਦ ਪੇਨ ਕਿਲਰ ਦੇ ਵਿੱਚੋਂ ਹਾਈ ਡੋਸਿਸ ਦੀਆਂ ਮਿਲੀਆਂ ਹੋਈਆਂ ਪੇਨ ਕਿਲਰ ਤੋਂ ਬਾਅਦ ਅਥਾਰਟੀਜ਼ ਦਾ, ਇੰਸ਼ੋਰੈਂਸ ਵਾਲਿਆਂ ਦਾ ਧੱਕੇ ਨਾਲ ਉਹਨਾਂ ਨੂੰ ਕੰਮ ਤੇ ਭੇਜਣਾ, ਕੰਮ ਨਾ ਹੋਣਾ ਉਧਰੋਂ, ਕਿਉਂਕਿ ਉਹਨੂੰ ਉਹ ਰਿਸਟ ਪੋਸਟ ਬਣ ਕੇ ਕੰਮ ਤੇ ਭੇਜਦੇ ਆ, ਉਹਨੂੰ ਫਿਰ ਪੇਨ ਕਿਲਰ ਨਾ ਲਿਖਣੀਆਂ, ਉਹਨੇ ਪੇਨ ਕਿਲਰ ਦਾ ਬਦਲ ਜਿਹੜਾ ਉਹ ਬਾਹਰੋਂ ਲੱਭਣਾ, ਉਹਦੇ ਵਿੱਚ ਉਹਨੇ ਡਰੱਗ ਤੇ ਜਾ ਕੇ ਘਰ-ਬਾਰ ਛੱਡ ਕੇ ਮੁੜ ਕੇ ਟੀਕੇ ਨਾੜਾਂ 'ਚ ਲਾ ਕੇ ਤੁਰ ਜਾਂਦੇ। ਕਦੇ ਜਾ ਕੇ ਵੇਖਿਓ, ਮੈਂ ਇੱਕ ਵਾਰ ਬੇਨਤੀ ਕਰੂੰਗਾ, ਤੁਹਾਡੇ ਤੋਂ ਬਾਹਲਾ ਦੂਰ ਨਹੀਂ, ਸਿਟੀ ਦੇ ਜਮਾਂ ਹੀ ਕੋਲ, ਤੁਹਾਡੇ ਸ਼ਹਿਰ ਦੇ ਡਾਊਨਟਾਊਨ ਕਿਸੇ ਵੀ ਸ਼ਹਿਰ ਦਾ, ਉੱਥੇ ਜਾ ਕੇ ਦੇਖਿਓ ਬਈ ਯਾਰ ਇਹ ਕੀ ਹੋ ਰਿਹਾ, ਇਹ ਕੀ, ਇੱਥੇ ਕਹਾਣੀ ਕੀ ਹੈ, ਇਹ ਲੋਕ ਕਿਉਂ ਮਰ ਰਹੇ ਨੇ। ਤੁਸੀਂ ਦੇਖਿਓ, ਉਹਨਾਂ ਨੂੰ ਕੁਛ ਨਹੀਂ ਚਾਹੀਦਾ, ਉਹ ਤਾਂ ਸਿਰਫ ਇੱਕੋ ਹੀ ਚੀਜ਼ ਭਾਲਦੇ ਨੇ ਬਈ ਡਰੱਗ ਕਿੱਥੋਂ ਮਿਲੂਗੀ, ਬਸ। ਉਹ ਇਹ ਸਮਝਣ ਦੀ ਗੱਲ ਹੈ। ਇਹ ਲੋਕ ਵਿਚਾਰੇ, ਇਹਨਾਂ ਦਾ ਸਭ ਕੁਛ ਸੀ। 1700 ਮੌਤਾਂ ਹੋਈਆਂ ਨੇ, ਕੋਈ ਮਿਊਨਿਸਪੈਲਿਟੀ, ਕੋਈ ਸਰਕਾਰ, ਕੋਈ MLA, ਕੋਈ MP, ਕੋਈ 5-7 ਮਿਲੀਅਨ ਡਾਲਰ ਲੈਣ ਵਾਲੀਆਂ ਜਥੇਬੰਦੀਆਂ, ਕੋਈ ਅੱਗੇ ਨਹੀਂ ਆ ਰਿਹਾ ਇਹਨਾਂ ਲੋਕਾਂ ਦੇ। ਸ਼ੀਸ਼ਲਟ ਇੱਕ ਛੋਟੀ ਜੀ ਇੱਕ ਫੈਰੀ ਹੈ ਇੱਥੋਂ ਜਾਂਦੀ, ਤੁਹਾਡੇ ਹਾਊਸਵੇ ਤੋਂ ਸਨਸ਼ਾਈਨ ਕੋਸਟ, ਜਿਹੜੀ 100 ਕਿਲੋਮੀਟਰ ਲੰਮੀ ਹੈ, 10,000 ਲੋਕ ਰਹਿੰਦੇ ਆ ਸਿਰਫ। 27 ਮੌਤਾਂ ਹੋਈਆਂ, 87 ਮੌਤਾਂ ਹੋਈਆਂ 2020 ਚ, 112% ਇਨਕਰੀਜ਼ 2019 ਚ। ਅਰਬਨ ਏਰੀਆ ਦੇ ਵਿੱਚ ਤਾਂ ਲੋਕ ਮਰਦੇ ਹੀ ਮਰਦੇ ਆ, ਪਰ ਜਿਹੜੇ ਛੋਟੇ ਟਾਊਨ ਸੀ ਉੱਥੇ ਬਹੁਤ ਮਾਰਿਆ। ਕੈਂਪਬੈਲ ਰਿਵਰ ਸਭ ਤੋਂ ਵੱਡੀ ਇੱਕ ਡਰੱਗ ਦੀ ਬਹੁਤ ਵੱਡੀ ਪ੍ਰੋਬਲਮ, 2049 ਮੌਤਾਂ 2020 ਦੇ ਵਿੱਚ। ਕੁਟਨੀ ਛੋਟਾ ਜਿਹਾ ਟਾਊਨ ਹੈ, ਜਦ ਆਪਾਂ ਇੱਥੇ ਉੱਤਰ ਜਾਣਾ ਨਨੈਮੋ ਤੋਂ ਜਾਓ ਟਫੀਨੋ ਨੂੰ, 249 ਮੌਤਾਂ 2020 ਚ। ਡੰਕਨ ਦੇ ਵਿੱਚ ਕੋਈ ਕੰਮ ਨਹੀਂ, ਕੋਈ ਧੰਦਾ ਨਹੀਂ, ਤੁਹਾਨੂੰ ਪਤਾ ਹੈ ਸਮਾਲ ਛੋਟੇ ਛੋਟੇ ਸ਼ਹਿਰ ਨੇ ਆਈਲੈਂਡ ਤੇ, ਪਰ ਵਿਕਟੋਰੀਆ ਨਨੈਮੋ ਵਿਖਦਾ ਗੱਭੇ ਉਹੀ ਓਸ਼ਨ ਹੈ, ਉੱਥੇ ਹੀ ਸਾਰਾ ਕੁਛ ਹੈ। ਪਰ ਇੱਥੇ ਗਰੀਬੀਆਂ 414 ਮੌਤਾਂ ਡੰਕਨ ਦੇ ਵਿੱਚ ਪਿਛਲੇ ਸਾਲ। ਪੌਵਲ ਰਿਵਰ
62% वाधा 106 मौत। की कीता जाऊगा? मतलब कोई भी इन्हां दी गल करके राजी नहीं है। तुसीं कर लो गल ते तुसीं कदे खड़ के वेखो, जाके देखो दर्द किन्ना। तुसीं ये वेखो कुदरत ने की चीज बनाई है। गैस टाउन दे विचों लंघदे एक स्ट्रीट टप के डाउन टाउन दा कैनेडा प्लेस है, फेयरमाउंट ते उस तो बाद जे ते वो पैसिफिक जिहड़ा कन्वेंशन सेंटर, जिथे 18वीं 20वीं मंजिल ते 5-5 हज़ार $7-7 हज़ार दा रूम है जिस लोग सौंदे। उत्थों 10 मिनटां दी वाट ते एलियां दे विच लोग कीड़ियां मकौड़ियां वांगू रींगदे ने। ਕਿਹੜੇ ਕਿਹੜੇ ਨਿਜ਼ਾਮ ਦੀ, ਕਿਹੜੇ ਦੇਸ਼ ਦੀ, ਕਿਹੜੀਆਂ ਤਰੱਕੀਆਂ ਦੀ ਅਸੀਂ ਗੱਲਾਂ ਕਰਦੇ ਹਾਂ। ਅਸੀਂ ਡਿਵੈਲਪ ਕੰਟਰੀ ਦੇ ਵਿੱਚੋਂ, ਡਿਵੈਲਪਿੰਗ ਕੰਟਰੀ ਦੇ ਲੋਕਾਂ ਨੂੰ ਇੱਥੋਂ ਬੈਠ ਕੇ ਉਹਨਾਂ ਦੇ ਬੌਧਿਕ ਪੱਧਰ, ਉਹਨਾਂ ਦਾ ਕੰਮ ਕਰਨ ਦਾ ਢੰਗ, ਉਹਦਾ ਵੱਲ ਉਂਗਲਾਂ ਕਰਦੇ ਨਾ। ਪੰਜਾਬ 'ਚ ਵੈਲਿਊਜ਼ ਖਤਮ ਹੋ ਗਈਆਂ, ਇਹ ਹੋ ਗਿਆ ਤੇ ਆਹ ਤਾਂ ਵੈਲਿਊਜ਼ ਵਾਲਾ ਦੇਸ਼ ਹੈ। ਉੱਥੋਂ ਬਰਾਡ ਇਨਲੈਟ ਟੱਪ ਕੇ ਨਾਰਥ ਬੈਨ ਤੇ ਵੈਸਟ ਬੈਨ ਦੀਆਂ ਪਹਾੜੀਆਂ ਚੜ੍ਹ ਜਾ कैपलैनो के एरिया च, ब्रिटिश प्रॉपर्टी के एरिया के 40-40 मिलियन के घर ने, जिंदे लगे पे ने, कबूतर बोलते ने। 2-2 साल लोग नहीं आते। कदे चढ़ के देखो जिहड़ा वैस्ट अपने ब्रिटिश प्रॉपर्टीज दे विच उस उपर पहाड़ियां दा ड्राइव है, तुहानू घर दा दसू इत्थे कोई नहीं आया। ते थल्ली चढ़ाई उतर के आ जा थल्ले नू, पानी दे कंढे आके टप जा गैस टाउन। ओह 10 ब्लॉक मेन तो ते हेस्टिंग तो आले दुआले 10 ब्लॉक ईस्ट नूं चले जा, 10 वैस्ट नूं चले जा। उत्थे हाल वेखिओ की है। सरी दे विच 100 मिलियन दा कौंसल दा बनाया है डाउन टाउन दे विच हैड ऑफिस, जिहदे करके कहंदे पैसे आउणगे। उहदे शीशिਆਂ चों जिहड़ा मेयर दा उपरला दफ्तर है जी च बहुत खुला पूरे दा पूरा फ्लोर है, ते उत्थों थल्ले देखदे ने भी हो दे टीका लाउंदा नाड़ च। वो छड़ते एक दूजे वाल उंगल करी जांदे, ओनू कही जांदा, कोई उन्हां दी गल नहीं करता, कोई उन्हां ने कोई उन्हां दा रीहैब नहीं। आ हुण -8-10 अज होना, कित्थे क रातां उन्हां ने कट्टणीਆਂ ने, कित्थे कहंदे ने वो चले जांदे ने जी इन्हां नूं इह है जी उन्हां नूं ओह है। पर ਉਹ ਕਿਸੇ ਸਮੇਂ ਇਸ ਦੇਸ਼ ਦੀ ਬਿਲਡਿੰਗ ਦੇ ਵਿੱਚ ਇਹਨੂੰ ਬਿਲਡ ਕਰਨ ਲਈ ਉਹਨਾਂ ਦਾ ਹਿੱਸਾ ਪਿਆ ਹੋਇਆ। ਉਹ ਜੰਮੇ ਡਰੱਗ ਡੀਲਰ ਨਹੀਂ, ਡਰੱਗ ਯੂਜ਼ਰ ਨਹੀਂ ਬਣੇ। ਕਈ ਵਾਰ ਆਪਾਂ ਗੱਲ ਵੀ ਉਹਨਾਂ ਤੇ ਕਰਦੇ ਆ, ਉਹ ਵੈਲਫੇਅਰ ਵਾਲਿਆਂ ਤੇ ਬੈਠੇ ਨੇ ਜੀ, ਇਹ ਖਾਂਦੇ ਨੇ, ਮੈਂ ਸਾਰੀ ਜ਼ਿੰਦਗੀ ਲਾਈ ਆ, ਮੈਂ ਅੱਜ ਤੱਕ ਐਮਪਲੋਇਮੈਂਟ ਇੰਸ਼ੋਰੈਂਸ ਨਹੀਂ ਲਿਆ, ਮੈਂ ਅਸੀਂ ਵੈਲਫੇਅਰ ਨਹੀਂ ਲਈ। ਤੁਸੀਂ ਕਿਸਮਤ ਦੇ ਧਨੀ ਹੋ ਮਿੱਤਰਾ। $1200-1400 ਵੈਲਫੇਅਰ ਨਾਲ ਰੋਟੀ ਨਹੀਂ ਚੱਲਦੀ। ਜੇ ਕਈ ਵਾਰ ਮਨ ਚ ਹੋਵੇ ਨਾ ਵੈਲਫੇਅਰ ਵਾਲੇ ਬਾਹਲੇ ਸੌਖੇ ਨੇ, ਵੈਲਫੇਅਰ ਵਾਲਿਆਂ ਦਾ ਵੀ ਬਹੁਤ ਬੁਰਾ ਹਾਲ। ਹਾਂ, ਜਵਾਕ ਜੱਲਾ ਇਕੱਠਾ ਕਰਕੇ 5-4 ਹਜ਼ਾਰ ਹੋ ਜਾਂਦਾ, ਉਹ ਤਾਂ ਗੱਲ ਅਲੱਗ ਆ। ਪਰ ਕੱਲੇ ਕਹਿਦੇ ਲਈ ਕੱਖ ਨਹੀਂ, ਨਾ ਖਾਣ ਦਾ, ਨਾ ਪਹਿਨਣ ਦਾ, ਨਾ ਕੱਪੜੇ ਧੋਣ ਦਾ, ਨਾ ਨਹਾਉਣ ਦਾ। ਕਦੇ ਉਹਨੂੰ ਵੇਖਿਓ ਸੀ। ਪਰ ਸੱਚ ਇੰਨਾ, ਢਿੱਡ ਤੇ ਕੰਟਰੋਲ ਇੰਨਾ, ਜੇ ਇੱਕ ਪੀਸ ਕੋਈ ਪੀਸੇ ਦਾ ਲੈਣਾ ਦੂਜਾ ਨਹੀਂ ਲੈਣਾ। ਉਹ ਕਹਿੰਦਾ ਨਾ 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 ਬਸ ਇਨਫ। ਇੱਥੇ ਰੱਜੀਆਂ ਹੋਈਆਂ ਕਮਿਊਨਿਟੀਆਂ $3 ਦੀ ਚੀਜ਼ ਪਿੱਛੇ ਖੋਹ ਖਿੰਝ ਕਰਦਿਆਂ ਨੂੰ ਵੇਖਿਓ ਕਿਵੇਂ ਲੜਦੀਆਂ ਹੁੰਦੀਆਂ। ਇਹ ਜਿਹੜਾ ਅੱਜ ਖਬਰਾਂ ਇਹ ਆਈਆਂ ਵੀ 1700 ਮੌਤਾਂ ਜਿਹੜੀਆਂ ਹੋਈਆਂ 2020 ਦੇ ਵਿੱਚ, ਬਹੁਤ ਜ਼ਿਆਦਾ। ਇਹਦੇ ਪਿੱਛੇ ਸਭ ਕੁਝ ਇਨਵੋਲਵ ਹੈ। ਤੁਸੀਂ ਇਹ ਦੇਖੋ ਬਈ ਪੰਜਾਬ ਦਾ ਕੋਈ ਸਮਗਲਰ ਕਿ ਨੋਟ ਭਰ ਕੇ ਜਾ ਕੇ ਬੈਂਕ 'ਚ ਬੋਰੀਆਂ ਨਾਲ ਜਮ੍ਹਾਂ ਕਰਾ ਸਕਦਾ? ਉੱਥੇ 12 ਬੋਰ ਵਾਲਾ ਜਿਹੜਾ ਖੜਾ ਨਾ ਰਿਟਾਇਰ ਆਪਣਾ ਮਿਲਟਰੀ ਵਾਲਾ, ਉਹਨੇ ਕਹਿਣਾ ਨਾ ਅੰਦਰ ਨਹੀਂ ਸਾਹਿਬ ਆ ਸਕਦਾ ਤੂੰ, ਇਹ ਤਾਂ ਪੈਸੇ ਬਹੁਤ ਲੈ ਆਇਆ ਤੂੰ, ਸਰਪੰਚ ਨੂੰ ਲਿਆ ਪਿੰਡ ਵਾਲੇ। ਇੱਥੇ ਜਿੱਥੇ 911 ਸਪਾਈ ਕੈਮਰੇ ਤੇ ਜੇ ਤੇ ਬੋ ਸੀਸਸ ਜੀ RCMP ਜੀ, ਇਹ ਇੰਟੀਗ੍ਰੇਟਡ ਟਾਸਕ ਫੋਰਸ ਜੀ, ਉਹਨਾਂ ਦੇ ਸਾਹਮਣੇ ਬੈਗ ਭਰ ਭਰ ਕੇ ਨੋਟਾਂ ਦੇ ਜਾਂਦੇ ਰਹੇ ਕਸੀਨੋ 'ਚ। ਇੱਥੇ ਮਿਨਿਸਟਰ ਸਾਹਿਬ ਨੂੰ ਕਿਹਾ, ਜਦ ਮਿਨਿਸਟਰ ਸਾਹਿਬ ਕਹਿੰਦਾ ਨਾ ਇਹਦੇ ਤੇ ਨਹੀਂ ਗੱਲ ਕਰਨੀ ਅਸੀਂ। ਮਿਨਿਸਟਰ ਸਾਹਿਬ ਰਿਟਾਇਰ ਹੋ ਗਏ, ਹੁਣ ਵੱਡਿਆਂ ਵੱਡਿਆਂ ਬਿਲਡਰਾਂ ਡਿਵੈਲਪਰਾਂ ਨਾਲ ਯਾਰੀ ਆ ਤੇ ਬੱਲੇ ਬੱਲੇ ਬਸ ਚੱਕਤਾ ਕੰਮ। ਜ਼ਮੀਨਾਂ ਦੇ ਦਿਓ 400-400 ਕਿੱਲੇ, $30 ਮਿਲੀਅਨ ਦੀਆਂ। ਤੇ ਕਿਹੜਾ ਪੁੱਛਦਾ ਇੱਥੇ? ਵੱਡਿਆਂ ਦੀਆਂ ਵੱਡੀਆਂ ਯਾਰੀਆਂ ਤੇ ਨਿਕਲੋ, ਰਿਟਾਇਰ ਹੋਵੋ, ਕਿਸੇ ਦੇ ਬੋਰਡ ਤੇ ਬਹਿ ਜਾਓ, ਅੱਧੇ ਮਿਲੀਅਨ ਸਾਲ ਦੀ ਤਨਖਾਹ, ਕੁਛ ਨਹੀਂ ਕਰਨਾ, ਪੈਨਸ਼ਨ ਅੱਧੇ ਮਿਲੀਅਨ ਦੀ।
90% ਉੱਪਰਲੇ ਅਫਸਰ ਉੱਪਰਲੇ ਜਿਹੜੇ ਮਤਲਬ ਵੱਡਿਆਂ ਅਹੁਦਿਆਂ ਤੇ ਰਹੇ ਰਾਜਨੀਤਿਕ ਬੰਦੇ ਵੱਡੀਆਂ ਕਾਰਪੋਰੇਸ਼ਨ ਦੇ ਬੋਰਡ ਤੇ ਚਲੇ ਜਾਂਦੇ, ਮੇਅਰ ਚਲੇ ਜਾਂਦੇ ਨੇ, ਅੱਧਾ ਮਿਲੀਅਨ ਸਾਲ ਦਾ ਕੱਖ ਨਹੀਂ ਕਰਨਾ, ਲਾਟੂ ਜਗਦੇ ਬੁਝਦੇ ਸਾਡੇ ਚੱਲਣ ਤੇ ਦਿਨ ਰਾਤ ਪੈਸੇ ਬਣਦੇ। ਇੱਥੇ ਵੀ ਬਹੁਤ ਕੁਝ ਹੈ, ਜੇ ਆਪਾਂ ਕਹਿੰਦੇ ਆ ਆਮ ਲੋਕ ਨਹੀਂ, ਕਿਸੇ ਕੋਲ ਸਮਾਂ ਹੈ ਨਹੀਂ, ਕੀ ਕਮਿਊਨਿਟੀ ਜਿਹੜੀਆਂ ਨੇ ਆਮ ਲੋਕ ਇਹਨਾਂ ਦੀ ਗੱਲ ਕਰ ਸਕਦੇ ਆ, ਕਰ ਸਕਦੇ, ਪਰ ਉਹਨਾਂ ਦੇ ਸਿਰ ਦੇ ਆਪਣੀ ਖਾਜ ਨਹੀਂ ਹੁੰਦੀ, ਬਾਂਹ ਘੁਮਾ ਕੇ 6 ਦਿਨ ਸਾਹ ਨਹੀਂ ਆਉਂਦਾ, ਸਾਰਾ ਕੁਝ ਏਡਾ ਕੰਟਰੋਲਡ ਹੈ। ਆਹੀ ਕਾਰਪੋਰੇਸ਼ਨਸ ਨੇ ਜਿਹੜੀਆਂ ਉਰੇ ਕੰਟਰੋਲ ਕਰਦੇ ਨੇ, ਇਹੀ ਕਾਰਪੋਰੇਸ਼ਨਸ ਨੇ ਜਿਹੜੀਆਂ ਭਾਰਤ 'ਚ ਕੰਟਰੋਲ ਕਰਨ ਨੂੰ ਫਿਰਦੀਆਂ, ਤੁਹਾਨੂੰ ਮਜਾਰੇ ਬਣਾਉਣ ਨੂੰ ਫਿਰਦੀਆਂ। ਔਰ ਮਜਾਰੇ ਹੀ ਸੀ, ਇਹਦਾ ਕੌਮ ਦੇ ਸਿਪੇ ਸਲਾਰ ਨੇ ਆ ਕੇ ਸਾਰਾ ਕੁਝ ਦਿੱਤਾ, ਬਾਬਾ ਬੰਦਾ ਸਿੰਘ ਬਹਾਦਰ ਨੇ, ਜਿਹਦਾ ਨਾਂ ਲੈਣੋਂ ਹੁਣ ਫਿਰ ਸਿੱਕੀ 'ਚੋਂ ਮੁਸ਼ਕ ਆਉਂਦਾ। ਤੇ ਸਾਡਾ ਦਾਤੀ ਥੋੜਾ ਤਾਰਾ ਖਿੜਕ ਜਿਹੜਾ ਉਹ ਵਧੀਆ ਨਹੀਂ ਲੱਗਦਾ। ਤੁਸੀਂ ਮਾਡਲ ਵੇਖੋ, 70 ਤੋਂ ਕੇ ਪੰਜਾਬ ਦੇ ਵਿੱਚ ਸ਼ਿਕਾਰ ਖੇਲਿਆ ਗਿਆ, ਖੱਬੀਆਂ ਧਿਰਾਂ ਨੇ ਇੱਕ ਦਿਨ ਵਿਰੋਧ ਨਹੀਂ ਕੀਤਾ। ਉਹੀ ਖੱਬੀਆਂ ਧਿਰਾਂ ਦੇ ਕਹੇ ਤੇ ਪੰਜਾਬ ਦੀ ਜਵਾਨੀ ਬਾਰਡਰ ਤੋੜ ਕੇ ਸ਼ੰਭੂ ਚਲੇ ਗਈ, ਉਹਨਾਂ ਦੇ ਕੋਲ ਡਾਂਗਾ ਵਰੀਆਂ ਸਿਰ ਤੇ ਸਿੱਧੀਆਂ, ਉਹੀ ਧਿਰ ਨੇ ਫੇਰ ਵੀ ਵਿਰੋਧਤਾ ਨਹੀਂ ਕੀਤੀ, ਸਗੋਂ ਹੱਸੇ ਨੇ। ਤੁਸੀਂ ਇਹ ਦੇਖ ਲਓ, ਹੁਣ ਤਾਂ ਚੱਲ ਉਹ ਤਾਂ ਸੰਘਰਸ਼ ਤਾਂ ਕਿਸੇ ਨੇ ਹੋਰ ਨੇ ਵਿੱਢਿਆ ਹੀ, ਤੁਹਾਡਾ ਇਲਾਕਾ ਦੇਕਾ ਨਹੀਂ ਸੀ, ਹੁਣ ਤਾਂ ਤੁਹਾਡੇ ਕਹੇ ਤੇ ਗਏ ਨੇ, ਤੁਹਾਡੀਆਂ ਮਿਨਿਸਟਰੀਆਂ, ਤੁਹਾਡੀ ਸੀਐਮਸ਼ਿਪ ਤੇ ਤੁਹਾਡੀਆਂ ਮੀਟਿੰਗਾਂ ਇਹਦੇ ਚੋਂ ਨਿਕਲਣੀਆਂ ਨੇ। ਹੁਣ ਵੀ ਵਿਰੋਧ ਤਾਂ ਨਹੀਂ ਕੀਤਾ, ਉਹ ਕਹਿੰਦਾ ਨਹੀਂ ਇਹ ਸਾਡੇ ਨਹੀਂ, ਇਹਨਾਂ ਨੂੰ ਮਾਰ ਲੈਣ ਦੇ। ਲੰਗਰ 'ਚ ਇੱਕ ਪ੍ਰਸ਼ਾਦਾ ਬਤਾਉਂਦਾ ਜਿਹਦੇ ਕੋਲ ਨਾ ਜ਼ਮੀਨ ਨਾ ਜਾਇਦਾਦ, ਸਿਰ ਖੋਲਤਾ ਅਗਲਿਆਂ ਨੇ, ਤੇ ਦੂਜੇ ਦਿਨ ਕਹਿ ਰਹੇ ਨਾ ਸਾਡੀ ਨਹੀਂ ਮਤਲਬ ਇਹਨਾਂ ਨਾਲ ਹੈ। ਸੋ ਇਹੋ ਜਿਹਾ ਹੀ ਜਿਹੜਾ ਵਰਤਾਰਾ ਦੁਨੀਆ ਦੇ ਵਿੱਚ ਹੈ, ਚੜ੍ਹਦੇ ਨੂੰ ਸੂਰਜ ਨੂੰ ਸਾਰੇ ਸਲਾਮਾਂ ਕਰਦੇ ਆ। ਇਹ ਲੋਕਾਂ ਨੂੰ ਆ ਜਿਹੜੀ ਇੱਕ ਐਡੀ ਖਬਰ ਆ, ਕਿਹਨੇ ਨਹੀਂ ਪੜ੍ਹੀ, ਇਹ CBC ਦੀ ਖਬਰ ਆ, ਕੀ ਪ੍ਰੀਮੀਅਰ ਨੇ ਨਹੀਂ ਪੜ੍ਹੀ, ਕੀ ਮੇਅਰ ਨੇ ਨਹੀਂ ਪੜ੍ਹੀ, ਕਿਹਨੇ ਨਹੀਂ ਪੜ੍ਹੀ, ਸਭ ਨੂੰ ਪੜ੍ਹੋਗਾ। ਛੱਡ ਤੂੰ, ਟੇਕ ਇਟ ਈਜ਼ੀ, ਥਰਸਡੇ ਆ, ਮੰਗਲਵਾਰ ਦੀ ਸੋਮਵਾਰ ਦੀ ਛੁੱਟੀ ਆ, ਤੁਸੀਂ ਆਥਣ ਦੀ ਰੋਟੀ ਦਾ ਦੇਖੋ ਇੰਤਜ਼ਾਮ, ਕਿੱਥੇ ਜਿਹੜਾ ਭੇਡੂ ਛਕਣਾ, ਕਿੱਥੇ ਜਿਹੜਾ ਬੱਛੂ ਜਿਹੜਾ ਖਾਣਾ। ਦੁਨੀਆ ਦੇ ਵਿੱਚ ਬਹੁਤ ਕੁਛ ਹੈ, ਸਾਰਾ ਅਫਰੀਕਨ ਕੰਟੀਨੈਂਟ ਦੇ ਵਿੱਚ ਲੋਕ ਮਰ ਰਹੇ ਨੇ ਰੋਟੀ ਬਿਨਾਂ, ਪਾਣੀ ਬਿਨਾਂ। ਕੀ ਉਹਨਾਂ ਨੂੰ ਰੈਸਕਿਊ ਕੀਤਾ ਜਾਂਦਾ ਹਰ ਜਗ੍ਹਾ ਆ ਕੇ? ਨਹੀਂ ਕੀਤਾ ਜਾਂਦਾ, ਸਿਰਫ ਉੱਥੇ ਹੀ ਕੀਤਾ ਜਾਂਦਾ ਜਿੱਥੇ ਸਾਨੂੰ ਕੋਈ ਫਾਇਦਾ ਹੋਵੇ। ਸਰ ਜੋਗਾ ਸਿੰਘ ਜੀ, ਲਾਈਨ ਨੰਬਰ 2, ਤੁਸੀਂ ਏਅਰ ਤੇ ਹੋ। ਗੱਲ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਭਾਈ ਜੀ ਤੁਸੀਂ ਵੀ ਮਤਲਬ ਅਰਬ ਕੰਟਰੀ ਦਾ ਦੇਖਿਆ, ਮਤਲਬ ਸਮਾਂ ਮੈਂ ਵੀ ਦੇਖਿਆ, ਪਰ ਇਹ ਚੀਜ਼ ਉੱਥੇ ਨਹੀਂ ਹੈਗੀ। ਉੱਥੇ ਜੇ ਕੋਈ ਹੈ ਤਾਂ ਗਾਟਾ ਲਾਉਂਦੇ ਆ ਗੱਜ ਵਾਂਗੂ। ਬਿਲਕੁਲ ਨਹੀਂ ਕਰਨ ਦਿੰਦੇ ਜੀ, ਨਹੀਂ ਕਰਨਾ। ਤੇ ਹਾਂ ਸ਼ਰਾਬ ਆ ਉਹ ਵੀ ਆਪਣੇ ਬੰਦੇ ਵੇਚਦੇ ਆ। ਲੁਧਿਆਣੇ ਕੰਨੀ ਦਾ ਹੁੰਦਾ ਸੀਗਾ, ਮਾਨਾ ਨੂੰ ਕਹਿੰਦੇ ਸੀਗੇ ਰੈਸਟੋ, ਵੱਡੇ ਮਤਲਬ ਜਿਹੜੇ ਹੋਟਲ ਆ ਉਹਨਾਂ ਚੋਂ ਲਿਆ ਕੇ, ਤਾਂ ਜਿੱਥੇ ਜੌਬ ਸਾਈਡਾਂ ਚੱਲਦੀਆਂ ਸੀਗੀਆਂ ਨਾ, ਉੱਥੇ ਫਿਰ ਰਾਤਾਂ ਨੂੰ ਡਿਲੀਵਰ ਕਰਦੇ ਹੁੰਦੇ ਸੀਗੇ। ਮੈਂ ਦੁਬਈ ਦੀ ਗੱਲ ਕਰ ਰਿਹਾ ਜੀ। ਤੇ ਗੱਲ ਬੜੀ ਪੁਰਾਣੀ ਆ, ਪਰ ਉੱਥੇ ਮਤਲਬ ਜਿਹੜੇ ਜਿਨ੍ਹਾਂ ਦੇ ਘਰ ਬਣਾਉਣੇ ਉਹਨਾਂ ਨੂੰ ਰਵਾਬ ਕਹਿਣਾ, ਰਵਾਬ ਦਾ ਬਿੱਲਾ ਬਣਦਾ, ਉਹਨੀ ਕਾਵਾ ਬਣਾਉਣਾ, ਕਾਵੇ ਦਾ ਖੁੱਲਾ ਭਾਂਡਾ ਪਿਆਉਣਾ, ਕੱਪ ਸਾਨੂੰ ਵੀ ਦੇ ਦੇਣਾ। ਪਰ ਮੈਨੂੰ ਤਾਂ ਇਹ ਲੱਗਦਾ ਇਹ ਜਿਹੜਾ ਇੱਥੇ ਡਰੱਗ ਦੀ ਗਿਣੀ ਮਿਥੀ ਸਾਜ਼ਿਸ਼ ਲੱਗਦੀ ਆ, ਪਰ ਕਿੰਨੀ ਮਾੜੀ ਗੱਲ ਆ। ਤੇ ਉਹ ਟੈਚੀ ਜਦ ਬਣਦਾ ਹੁੰਦਾ ਸੀਗਾ, ਅੰਮ੍ਰਿਤਸਰੋਂ ਟੈਚੀ ਬਣਦਾ ਸੀ 2 ਲੱਖ ਦਾ ਟੈਚੀ, ਦੇਖਿਆ ਤਾਂ ਨਹੀਂ, ਗੱਲਾਂ ਹੀ ਸੁਣਿਆ। ਪਰ ਉਹਦੇ ਵਿੱਚ 6 ਕਿਲੋ ਡਰੱਗ ਮਤਲਬ ਜਿਹੜੀ ਮਤਲਬ ਬਾਰਡਰੋਂ ਚੱਲਦੀ ਆ, ਤਾਂ ਉੱਥੇ 5-6 ਕਰੋੜ ਦੀ ਆ, ਇੱਥੇ ਆਉਂਦੀ ਮਤਲਬ ਕਈ ਮਿਲੀਅਨ ਦੀ ਹੋ ਜਾਂਦੀ ਆ। ਉੱਥੋਂ ਅਗਲੇ ਤੁੰਨ ਕੇ ਜਿੱਦਾਂ ਕਹਿੰਦੇ ਪਤਾ ਨਹੀਂ ਕਿਹੜੀ ਬੂਟੀ ਸਿਖਾਉਂਦੇ ਆ, ਪਲੇਨ ਚਾੜ ਦਿੰਦੇ, ਆਉਂਦਿਆਂ ਨੂੰ ਇੱਥੇ ਤਾਰਾਂ ਖੜਕ ਜਾਂਦੀਆਂ, ਪਰ ਟੈਚੀ ਸਾਂਭ ਲਓ। ਮਾੜੀ ਗੱਲ ਆ, ਮੈਂ ਇਹ ਕਹੂੰਗਾ। ਧੰਨਵਾਦ ਜੀ। ਬਿਲਕੁਲ ਉਹ ਉੱਥੇ ਚਾਹੇ ਲੋਕਤੰਤਰ ਨਹੀਂ ਹੈ, ਪਰ ਉੱਥੇ ਇਹੋ ਜਿਹਾ ਕੁਛ ਬਿਲਕੁਲ ਨਹੀਂ ਸੀ ਕਰਨ ਦਿੰਦੇ। ਉਹ ਜੇ ਕਿਤੇ ਫੜਿਆ ਜਾਵੇ ਬੰਦਾ, ਉੱਥੇ ਸ਼ਰਤ ਨਿਕਲ ਹੀ ਨਹੀਂ ਸਕਦਾ, ਅੰਦਰੋਂ ਨਹੀਂ ਨਿਕਲ ਸਕਦਾ ਸੀ। ਉੱਥੇ ਸ਼ਰਾਬ ਮਤਲਬ, ਮੈਂ ਜੇ ਮਸਕਟ ਦੀ ਗੱਲ ਕਰਾਂ, ਮੈਂ ਉੱਥੇ ਹੀ ਰਿਹਾ। ਉੱਥੇ 97 ਤੱਕ ਕੋਈ ਵੀ ਬੀਅਰ ਬਾਰ ਵਗੈਰਾ ਕਿਸੇ ਲਈ ਨਹੀਂ ਸੀ ਬਣਿਆ। ਸਿਰਫ ਸ਼ਰਾਬ ਬਹੁਤ ਕੰਟਰੋਲਡ ਵਿਕਦੀ। ਜਿਹੜੇ ਕੋਈ ਵਧੀਆ ਨੌਕਰੀ ਕਰਦੇ ਕੰਪਨੀਆਂ 'ਚ, ਉਹਨਾਂ ਦੀ ਸੈਲਰੀ ਦਾ 10% ਜਿੰਨੇ ਰਿਆਲ ਉਹਨਾਂ ਨੂੰ ਮਿਲਦੇ, 100 ਰਿਆਲ ਮਿਲਦਾ, ਤਾਂ 10 ਰਿਆਲ ਦਾ ਉਹਦਾ ਇੱਕ ਪਰਮਿਟ ਬਣਦਾ।
ਉਹ ਪਰਮਿਟ ਤੇ ਉਹ ਜਾ ਕੇ ਜਿਹੜਾ ਉਹ ਸ਼ਰਾਬ ਲੈ ਕੇ ਆਉਂਦਾ, ਸ਼ਰਾਬ ਦਾ ਠੇਕਾ ਬਾਹਰ ਨਾ ਲਿਖਿਆ ਹੁੰਦਾ, ਬਿਲਕੁਲ ਲੌਕ ਆਪਣੇ ਕੰਟਰੋਲਡ ਹੁੰਦਾ, ਕੋਈ ਦਿਖਦੀ ਨਾ ਸ਼ਰਾਬ ਜਦ ਕੋਈ ਬਾਹਰ ਲੈ ਕੇ ਆਉਂਦਾ। ਪੂਰਾ 1 ਵੱਜ ਗਿਆ ਜੀ। ਅੱਜ ਹੋਰ ਖਬਰਾਂ ਦੀ ਸਾਂਝ ਵੀ ਤੁਹਾਡੇ ਨਾਲ ਮੈਂ ਪਾਉਣਾ। ਇੱਕ ਜਿਹੜੀ ਕੱਲ ਦੀ ਖਬਰ ਹੈ ਵੀ ਸਾਊਦੀ ਅਰਬ ਦੀ ਇੱਕ ਲੜਕੀ ਜਿਹੜੀ ਉੱਥੇ ਸਿਰਫ ਵੱਧ ਅਧਿਕਾਰਾਂ ਦੀ ਗੱਲ ਕਰਦੀ ਸੀ ਤੇ ਉਹਨੂੰ ਹੁਣ ਜਿਹੜਾ ਸਡਨ ਜਿਹੜਾ ਛੱਡ ਦਿੱਤਾ ਗਿਆ। ਦੇਖੋ ਤੁਸੀਂ ਫਰਕ ਕਿਵੇਂ ਪੈਂਦੀ ਹੈ। ਮਤਲਬ ਇਹ ਨਹੀਂ ਸੀ ਮੁਹੰਮਦ ਬਿਨ ਸਲਮਾਨ ਉਹਨੂੰ ਛੱਡ ਦਿੰਦਾ। ਜੈਨ ਆਲ ਹਥਲਾਲ ਉਹਦਾ ਨਾਂ ਹੈ ਤੇ ਇੱਥੋਂ UBC ਚੋਂ ਪੜ੍ਹ ਕੇ ਗਈ। ਉਹ ਉੱਥੇ ਜਾ ਕੇ 2013 ਦੇ ਵਿੱਚ ਉਹਨੇ ਕਿਹਾ ਮੈਂ ਜਿਹੜਾ ਡਰਾਈਵਿੰਗ ਕਰਨੀ ਹੈ ਤੇ ਜਦ ਤੋਂ ਉਹ ਪਿਛਲੇ 3 ਸਾਲਾਂ ਤੋਂ ਜੇਲ੍ਹ 'ਚ ਹੈ ਤੇ 6 ਸਾਲ ਦੀ ਉਹਨੂੰ ਸਜ਼ਾ ਹੁਣ ਬੋਲੀ ਸੀ। ਸਡਨ ਦੇਖ ਲਓ ਤੁਸੀਂ ਉਹਨੂੰ ਜਿਹੜਾ ਛੱਡ ਦਿੱਤਾ ਗਿਆ। ਉਹ ਇਸ ਤਰ੍ਹਾਂ ਸਮਰ ਬਦਾਵੀ ਸੀ, ਉਹ 2018 ਦੀ ਫੜੀ ਹੋਈ ਹੈ। ਨਸੀਮਾ ਅਲ ਸਾਦਾ ਉਹ ਵੀ ਫੜੀ ਹੋਈ ਹੈ। ਮਾਇਆ ਅਲ ਜ਼ਹਰਾਨੀ ਹੈ ਉਹ ਫੜੀ ਹੋਈ ਹੈ। ਹਲੇ ਬਹੁਤ ਨੇ ਪਰ ਹੁਣ ਇਹ ਦੇਖੋ ਆਪਣੀ ਆਪਣੀ ਖਸਲਤ ਹੈ। ਹੁਣ ਇੱਥੇ ਇਹ UBC ਪੜ੍ਹ ਕੇ ਕੁੜੀ ਮੁੜ ਕੇ ਗਈ। ਅਲ ਹਥਲਾਲ ਇਸ ਦਾ ਨਾਂ ਹੈ। ਉਹਨੂੰ ਪਤਾ ਹੈ ਮੈਂ ਕਿੱਥੇ ਨੂੰ ਚੱਲੀ ਹੈ, ਉਹਨੂੰ ਪਤਾ ਹੈ ਵੀ ਮੇਰੇ ਨਾਲ ਕੀ ਹੋ ਜਾਏਗਾ, ਉਹਨੂੰ ਪਤਾ ਹੈ ਕਿ ਇਹਨੇ ਗੱਲ ਮੈਨੂੰ ਨਹੀਂ ਕਰਨ ਦੇਣੀ। ਪਰ ਦੇਖ ਲਓ ਕਹਾਣੀ ਜਿਹੜੀ ਹੈ। ਪਰ ਫੇਰ ਵੀ ਉਹ ਜਾ ਕੇ ਉੱਥੇ ਬੋਲੀ ਤੇ ਉਹਨੂੰ ਫੜ ਲਿਆ ਤੇ ਹੁਣ ਪਤਾ ਨਹੀਂ ਸੀ ਉੱਪਰ ਵਾਲੇ ਦਾ ਜਿਹੜਾ ਨਾ ਕੁਛ ਵਿਧਾਨ ਹੈ ਉਹ ਬੜਾ ਵਧੀਆ ਚੱਲਦਾ ਹੁੰਦਾ। ਕਈ ਵਾਰ ਆਪਾਂ ਨੂੰ ਲੱਗਦਾ ਹੁੰਦਾ ਵੀ ਫਲਾਣਾ ਵਾਧਾ ਕਰ ਗਿਆ, ਫਲਾਣਾ ਆਹ ਕਰ ਗਿਆ, ਬਈ ਉਹ ਨਹੀਂ ਹੋਣਾ। ਤੁਸੀਂ ਆਪੇ ਹੀ ਜਿਹੜਾ ਕੁਦਰਤ ਆ ਘੁਮਾ ਕੇ ਉੱਥੇ ਲੈ ਆਉਂਦੀ ਹੈ। ਕੋਈ ਨਹੀਂ ਸੀ ਕਹਿੰਦਾ ਬਈ ਜਿਹੜਾ ਸਰਪੰਚ ਹਾਰੂਗਾ। ਸਰਪੰਚ ਹਾਰਿਆ, ਬਾਈਡਨ ਬਣਿਆ। ਬਾਈਡਨ ਦੀ ਜਿਹੜੀ ਵਾਈਸ ਪ੍ਰੈਜ਼ੀਡੈਂਟ ਕਮੈਲਾ ਹੈਰਿਸ ਉਹ ਇਸਤਰੀਆਂ ਦੇ ਹੱਕ ਲਈ ਸਦਾ ਕੰਮ ਕਰਦੀ ਹੁੰਦੀ ਆ, ਗੇੜਾ ਨਹੀਂ ਪੈਣ ਦਿੱਤਾ। ਆ ਦੇਖ ਲਓ ਦਿਨ 20 ਲੰਘਿਆ, ਛੱਡਣੀ ਪੈ ਗਈ ਨਹੀਂ, ਛੱਡਣੀ ਪੈਂਦੀ ਹੈ ਇਸੇ ਤਰ੍ਹਾਂ ਹੀ। ਪਰ ਇਹ ਦੇਸ਼ ਦਖਲਅੰਦਾਜ਼ੀ ਉੱਥੇ ਕੀ ਕਰਦੇ ਆ ਇਹ ਵੀ ਜਿੱਥੇ ਇੱਕ ਇਹਨਾਂ ਦੀ ਦਖਲਅੰਦਾਜ਼ੀ ਝੱਲੀ ਜਾਂਦੀ। ਜਿੱਥੇ ਇਹਨਾਂ ਦੀ ਝੱਲੀ ਨਹੀਂ ਜਾਂਦੀ ਉੱਥੇ ਇਹ ਵੀ ਨਹੀਂ ਕਹਿੰਦੇ। ਇਹ ਵੀ ਗੱਲ ਨਾਲ ਹੈ। ਤਾਂ ਇਹ ਇਸ ਲੜਕੀ ਨੂੰ ਜਿਹੜਾ ਛੱਡਣਾ ਹੈ ਉਹ ਇੱਕ ਬਹੁਤ ਵੱਡੀ ਖਬਰ ਹੈ। ਸਾਊਦੀ ਅਰਬ ਦੇ ਵਿੱਚ ਕੁਝ ਚੇਂਜਸ ਆਉਣਗੀਆਂ, ਤੁਸੀਂ ਦੇਖਿਓ ਆਹ ਸਾਲ ਦੇ ਵਿੱਚ। ਉਹ ਤਾਂ ਆਉਣੀਆਂ ਨੇ ਕਿ ਉੱਥੇ ਦਾ ਪਾਵਰਫੁਲ ਜਿਹੜਾ ਬੰਦਾ ਮੁਹੰਮਦ ਬਿਨ ਸਲਮਾਨ, ਉਹ ਉਸਨੇ ਆਪਣੇ ਚਾਚੇ ਤਾਇਆਂ ਦੇ ਪੁੱਤ ਅੱਧੇ ਅੰਦਰ ਠੋਕ ਤੇ ਅੱਧੇ ਧੱਕੇ ਨਾਲ ਲਾ ਦਿੱਤੇ ਰਾਜਕੁਮਾਰ ਦੇ ਮੁਕਟ ਦੇ ਥੱਲਿਓਂ ਤੇ ਆਪ ਬਣਨ ਨੂੰ ਫਿਰਦਾ। ਹੁਣ ਬਾਈਡਨ ਤੋਂ ਬਾਅਦ ਬੜੀ ਚੇਂਜ ਆਉਣੀ ਆ ਉੱਥੇ। ਤੁਸੀਂ ਦੇਖਿਓ ਕੁਝ ਕੁ ਬੰਦੇ ਉਹਦੇ ਜਿਹੜੇ ਅੰਦਰ ਕੀਤੇ ਹੋਏ ਨੇ ਉਹ ਬਾਈਡਨ ਦੇ ਸਮੇਂ ਜਦ ਬਾਈਡਨ ਵਾਈਸ ਪ੍ਰੈਜ਼ੀਡੈਂਟ ਸੀ ਉਸ ਸਮੇਂ ਉਹਨਾਂ ਦੇ ਬਹੁਤ ਵਧੀਆ ਸੰਬੰਧ ਸਨ ਬਾਈਡਨ ਨਾਲ। ਹੁਣ ਛੱਡੇ ਜਾਣਗੇ ਉਹ ਵੀ। ਤੁਸੀਂ ਦੇਖੋ ਸ਼ੁਰੂਆਤ ਹੋਈ ਹੈ। ਲੋਕਲ ਹੋਰ ਨਿਊਜ਼ ਜਿਹੜੀ ontario ਦੀ ਹੈ ਜੀ। ontario ਦੇ ਵਿੱਚ ਟੋਰਾਂਟੋ ਤੋਂ 100 ਕਿਲੋਮੀਟਰ ਦੂਰ ਇੱਕ ਛੋਟੀ ਜਿਹੀ ਕਮਿਊਨਿਟੀ ਹੈ ਕਵਾਰਥਾ ਲੇਕਸ। ਕਵਾਰਥਾ ਲੇਕਸ ਨੇਟਿਵ ਲੋਕਾਂ ਦੀ ਮੂਲ ਵਾਸੀ ਰਹਿੰਦੇ ਆ। ਉੱਥੇ ਆਹੀ ਡਰੱਗ ਰਿਲੇਟਡ ਕੋਈ ਸਬਸਟੈਂਸ ਯੂਜ਼ਰ ਹੋਏਗਾ 33 ਵਰ੍ਹਿਆਂ ਦਾ। ਉਹਨੇ ਇੱਕ ਆਪਣਾ ਪੁੱਤਰ ਹੈ ਜਿਹੜਾ ਉਹ ਸਟੈਂਡ ਆਫ ਦੇ ਵਿੱਚ ਉਹ ਪੁੱਤਰ ਨੂੰ ਨੁਕਸਾਨ ਨਾ ਪਹੁੰਚਾ ਦੇਵੇ, ਇਹਦੇ ਕਰਕੇ ਪੁਲਿਸ ਨੇ ਉਹਦਾ ਘਰ ਘੇਰਿਆ ਹੋਇਆ ਸੀ। ਨਵੰਬਰ 26 ਨੂੰ ਮੁੜ ਕੇ ਪੁਲਿਸ ਨੇ ਗੋਲੀ ਚਲਾਈ। ਗੋਲੀ ਨਾਲ ਦੋਨੇ ਪਿਓ ਪੁੱਤ ਮਾਰਤੇ। ਪਹਿਲਾਂ ਪੁੱਤ ਮਾਰਤਾ ਤੇ ਹਫ਼ਤੇ ਬਾਅਦ ਪਿਓ ਮਰ ਗਿਆ। ਅੱਜ ਹੁਣ ontario ਦੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟਸ ਨੇ ਕਨਫਰਮ ਕੀਤਾ ਕਿ ਪੁਲਿਸ ਦੀ ਗੋਲੀ ਨਾਲ ਇਹ ਦੋਨੇ ਮਰੇ। ਮੁੰਡੇ ਦੇ ਲੱਗੀ 1 ਸਾਲ ਦੇ ਤੇ ਪਿਓ ਦੇ ਲੱਗੀ, ਦੋਨੇ ਹੀ ਮਾਰਤੇ। ਹੁਣ ਬਚਾਉਣ ਕਿਹਨੂੰ ਗਈ ਸੀ ਪੁਲਿਸ? ਜਵਾਕ ਨੂੰ 1 ਸਾਲ ਦੇ ਨੂੰ। ਤੇ ਬੰਦੇ ਨੂੰ ਵੀ ਬੰਦਾ ਵੀ ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾ ਦੇਵੇ। ਤੇ ਦੋਨੇ ਹੀ ਝੰਡ ਤੇ, ਦੋਨੇ ਮਾਰਤੇ।
ਤੇ ਹੁਣ ਕੰਡੋਲੈਂਸ ਦੀ ਗੱਲ ਅਸੀਂ ਜੀ ਮਾੜਾ ਹੋ ਗਿਆ ਜੀ ontario ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਇਹ ਗੱਲ ਕੀਤੀ ਜਾ ਰਹੀ ਹੈ। ਕਈ ਵਾਰ ਵੱਧ ਹੱਕਾਂ ਦੀ ਗੱਲ ਕਰਦੇ ਕਰਦੇ ਹੱਕਾਂ ਨੂੰ ਸਾਂਭਦੇ ਇਹੋ ਜਿਹੀ ਚੀਜ਼ ਬਾਹਰ ਨਿਕਲ ਆਉਂਦੀ ਹੈ ਜਿਹੜੀ ਮੂਲੋਂ ਹੀ ਮਾੜੀ ਹੁੰਦੀ ਹੈ। ਪਿਓ ਪੁੱਤ ਦੋਨੇ ਹੀ ਮਾਰਤੇ, ਬਚਾਉਣ ਗਏ ਸੀ ਮਾਂ ਨੂੰ, ਬਚਾਉਣ ਗਏ ਸੀ ਪੁੱਤ ਨੂੰ। ਕੱਲ ਅਸਲ ਗਲੋਬਲ ਨਿਊਜ਼ ਦੇ ਵਿੱਚ ਇੱਕ ਆਰਟੀਕਲ ਛਪਿਆ ਇੱਕ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵਧੀਆ ਆਰਟੀਕਲ ਵੈਨਕੂਵਰ ਸਨ ਦੇ ਵਿੱਚ ਵੀ ਆ ਰਿਹਾ ਹੈ। ਬਹੁਤ ਮਿਹਨਤ ਕਰਕੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਉਹ ਵੀ ਛਾਪਣ, ਪਤਾ ਲੱਗੇ। ਇਸ ਤੇ ਪਹਿਲੀ ਤਾਂ ਗੱਲ ਲੋਕਲ ਮਿਊਨਿਸਪੈਲਿਟੀਜ਼ ਦੇ ਵਿੱਚੋਂ, ਐਮਪੀਜ਼ ਦੇ ਵਿੱਚੋਂ, ਐਮਐਲਏਜ਼ ਦੇ ਵਿੱਚੋਂ ਇੱਕ ਜਿਹੜੇ ਕੈਲਗਰੀ ਦੇ ਕੌਂਸਲਰ ਨੇ, ਕੌਂਸਲਰ ਜਾਰਜ ਚਾਹਲ, ਉਹਨਾਂ ਨੇ ਫਾਰਮਰਜ਼ ਜਿਹੜੇ ਉੱਥੇ ਕਿਸਾਨ ਸੰਘਰਸ਼ ਤੇ ਬੈਠੇ ਨੇ ਉਹਨਾਂ ਦੇ ਹੱਕ ਦੇ ਵਿੱਚ ਗੱਲ ਉਹਨਾਂ ਨੇ ਕੀਤੀ ਹੈ ਕਿ ਕੈਲਗੇਰੀਅਨਸ ਤੇ ਮੇਰੇ ਨਾਲ ਤੇ ਮੇਰੇ ਪਰਸਨਲ ਕਨੈਕਸ਼ਨਸ ਜਿਹੜੇ ਨੇ ਫਾਰਮਰਜ਼ ਨਾਲ, ਤੇ ਅਸੀਂ ਕਹਿੰਦੇ ਡੀਪਲੀ ਕਮਿਟਡ ਹੈ ਕਿ ਉਹ ਫੇਅਰਲੀ ਟਰੀਟ ਹੋਣ। ਦੇਖੋ ਇਹ ਇੱਕ ਇਹਦੇ ਵਿੱਚ ਹੁਣ ਉਹਨਾਂ ਨੇ ਗੱਲ ਕਹਿ ਦਿੱਤੀ, ਪ੍ਰਧਾਨ ਮੰਤਰੀ ਕਹਿ ਚੁੱਕੇ ਨੇ, ਪਰ ਹਾਲੇ ਵੀ ਖੁੱਲ ਕੇ ਆਪਣੇ ਜਿਹੜੇ ਪੰਜਾਬੀ ਐਮਐਲਏ ਨੇ, ਐਮਪੀ ਨੇ, ਉਹਨਾਂ ਤੇ ਇਹ ਗੱਲ ਨਹੀਂ ਹੋ ਸਕੀ। ਹੁਣ ਗਲੋਬਲ ਨੇ ਜਿਹੜੀ ਨਿਊਜ਼ ਕੀਤੀ ਹੈ, ਆਰਟੀਕਲ ਕੀਤਾ ਹੈ, ਉਹਦੇ 'ਚ ਇੱਕ ਕਿਸਮ ਦੀ ਕਹਾਣੀ ਦੱਸੀ ਹੈ ਜਿਸ 'ਚ ਦੋ ਜਣਿਆਂ ਨੇ ਇੰਟਰਵਿਊ ਕੀਤੀ ਹੈ। ਇੱਕ ਕੰਦੋਲਾ, ਹਰਮਨ ਕੰਦੋਲਾ ਉਹਨਾਂ ਨੇ ਕੀਤੀ ਹੈ ਐਡਮਿੰਟਨ ਤੋਂ, ਵਕੀਲ ਨੇ, ਇੱਕ ਵਾਰ ਇਲੈਕਸ਼ਨ ਵੀ ਲੜੇ ਨੇ, ਵਰਲਡ ਸਿੱਖ ਆਰਗੇਨਾਈਜੇਸ਼ਨ ਨਾਲ ਕੰਮ ਕਰਦੇ ਆ, ਤੇ ਸਰਦਾਰ ਸੁਖਦੀਪ ਸਿੰਘ ਸ਼ੀਨਾ ਹੋਰਾਂ ਨੇ ਜਿਹੜੇ ਬਲੱਡ ਨੇਸ਼ਨ ਬਾਈ ਸਿੱਖ ਨੇਸ਼ਨ, ਇੱਕ ਆਪਣਾ ਜਿਹੜਾ ਵਰਲਡ ਵਾਈਡ ਜਿਹੜਾ ਇੱਕ ਅਵੇਅਰਨੈਸ ਵਲੰਟੀਅਰਸ ਨੇ, ਗਰੁੱਪ ਨਾ ਕਹੀਏ, ਕੋਈ ਇਹਦਾ ਪ੍ਰਧਾਨ, ਕੋਈ ਖਜ਼ਾਨਚੀ, ਕੋਈ ਕੁਛ ਨਹੀਂ। 1999 ਦੇ ਵਿੱਚ ਇਸ ਨੂੰ ਸ਼ੁਰੂ ਕੀਤਾ ਗਿਆ ਸੀ। ਸ਼ੁਰੂ ਵੀ ਸਦੀ ਦੇ ਵਿੱਚ ਰਲ ਮਿਲ ਕੇ ਬੈਠਣ ਵਾਲੇ 10-15 ਜਣਿਆਂ ਨੇ ਇਹਨੂੰ ਕੀਤਾ ਵੀ ਕੌਮ 300 ਸਾਲਾਂ ਮਨਾ ਰਹੀ ਹੈ, ਆਪਾਂ ਇਸ ਗੱਲ ਦਾ ਕਰੀਏ ਕਿ ਯਾਰ ਖੂਨ ਦਾ ਦਾਨ ਕਰਕੇ ਜਾਨਾਂ ਬਚਾਈਏ। ਉਸ ਸਮੇਂ ਅਸੀਂ ਸਾਰੇ ਏਅਰਪੋਰਟ ਤੇ ਟੈਕਸੀਆਂ ਚਲਾਉਂਦੇ ਸੀ। ਸਰ ਸੁਖਦੀਪ ਸਿੰਘ, ਸੁਨੀਲ ਜੀ, ਰਾਜਵਿੰਦਰ ਸਿੰਘ ਢਿੱਲੋਂ ਜਿਹੜਾ ਵੀਰ ਸਾਨੂੰ ਛੱਡ ਗਿਆ, ਤੇ ਸਰ ਪਰਮਾਰ, ਤੇ ਅਸੀਂ 6-7 ਜਣੇ ਇੱਕ ਦਿਨ, ਸਰ ਸੱਜਣ ਸਿੰਘ ਗਰੇਵਾਲ ਹੁੰਦੇ ਸੀ, ਸਾਰਿਆਂ ਨੇ ਇੱਕ ਦਿਨ ਕੰਮ ਕਰਨਾ ਤੇ ਦੂਜੇ ਦਿਨ ਛੁੱਟੀ ਹੁੰਦੀ ਏਅਰਪੋਰਟ ਤੋਂ, ਫਿਰ ਅਸੀਂ ਇਹ ਕੰਮ 'ਚ ਲੱਗਣਾ। ਬੜੀਆਂ ਜਦ ਗੱਲਾਂ ਚੱਲੀਆਂ, ਉਹ ਦੇਖੋ ਜੀ ਪਹਿਲਾਂ ਹੀ ਉਹਨਾਂ ਨੇ ਤਾਂ ਖੂਨ ਡੋਲਤਾ, ਇਹ ਕੌਮ ਦਾ ਹੋਰ ਖੂਨ ਕਢਾਈ ਜਾਂਦੇ ਆ ਇੱਥੇ ਜਿਹੜੇ ਕੌਮ ਦੇ ਖੈਰ ਖੁਆਹ, ਕਿਉਂਕਿ ਡਾਇਲੌਗ ਵਾਲੀ ਤਾਂ ਕਹਾਣੀ ਉਹ ਹੈ ਨਹੀਂ, ਵੱਢ ਦਿਆਂਗੇ, ਟੁੱਕ ਦਿਆਂਗੇ, ਚੱਕ ਦਿਆਂਗੇ, ਐਂ ਹੀ ਕਰੀਦਾ। ਕਿਸੇ ਦੀ ਗੱਲ ਆਪਣੇ ਤੇ ਲੈ ਕੇ ਉਈਓ ਥਾਪੀਆਂ ਮਾਰੀ ਜਾਣੀ, ਸਿਆਣਪ ਦੀ ਗੱਲ ਨਹੀਂ ਕਰਨੀ। ਇੱਕ ਪ੍ਰੈਸ਼ਰ ਗਰੁੱਪ, ਇੱਕ ਅਵੇਅਰਨੈਸ ਗਰੁੱਪ ਸਰੀ ਦੇ ਘਰ ਘਰ ਜਾ ਕੇ ਬੱਚੇ ਇਨਵੋਲਵ ਕੀਤੇ, ਨਾਲ ਪਰਿਵਾਰ ਜਾਂਦੇ ਰਹੇ, ਜਵਾਕਾਂ ਨੂੰ ਪੇਂਟਿੰਗਸ ਦਿੱਤੀਆਂ ਗਈਆਂ ਵੀ ਤੁਸੀਂ ਇਸ ਖਾਲਸੇ ਦੇ ਬਾਰੇ ਪੇਂਟਿੰਗਸ ਬਣਾਓ, ਤੁਹਾਨੂੰ ਇਨਾਮ ਦੇਵਾਂਗੇ। ਤੇ ਉਹ 99 ਦੀ ਚੱਲੀ ਹੋਈ ਮੁਹਿੰਮ ਜਿਹੜੀ ਹੈ ਦੁਨੀਆ ਦੇ ਵਿੱਚ ਉਹ ਮੁਹਿੰਮ ਫਿਰ ਗਈ ਪਿਛਲੇ 22 ਵਰਿਆਂ ਤੋਂ। ਤੇ ਨਵੰਬਰ ਦੇ ਮਹੀਨੇ ਕੀ ਸਾਰਾ ਸਾਲ ਲੋਕ ਇਸ ਬਲੱਡ ਨੇਸ਼ਨ ਬਾਈ ਸਿੱਖ ਨੇਸ਼ਨ ਦੇ ਬੈਨਰ ਥੱਲੇ ਖੂਨਦਾਨ ਕਰਦੇ, ਜਿਹਦੇ ਚ ਸਾਰੇ ਨੇ, ਇਕੱਲੇ ਸਿੱਖ ਨਹੀਂ ਹੈ, ਸਾਰੇ ਧਰਮਾਂ ਦੇ ਲੋਕ ਨੇ। ਤੇ ਇਸ ਗੱਲ ਦਾ ਬਹੁਤ ਮਾਣ ਹੈ। ਔਰ ਖੂਨ ਕਿਹਦੇ ਲੱਗਣਾ ਇਹ ਵੀ ਨਹੀਂ ਪਤਾ, ਸਭੇ ਸਾਂਝੀ ਵਾਲਤਾ ਦੀ ਗੱਲ ਹੈ, ਬਹੁਤ ਵਧੀਆ ਗੱਲ ਹੈ। ਹੁਣ ਇਹ ਇੱਕ ਬਹੁਤ ਕੰਸਰਨ ਜਿਹੜਾ ਇਹਦੇ ਚ ਸੁਖਦੀਪ ਸਿੰਘ ਉਹਨਾਂ ਨੇ ਜਤਾਇਆ, ਜਿਹੜਾ ਉਹਨਾਂ ਨੇ ਕਿਹਾ ਵੀ ਚੀਜ਼ਾਂ ਉਧਰ ਨੂੰ ਜਾ ਰਹੀਆਂ ਨੇ ਜਿਹੜੀਆਂ ਜਿਹੋ ਜਿਹਾ ਕੁਛ 1984 ਚ ਹੋਇਆ। ਉਹ ਕਹਿੰਦੇ ਮੈਂ 1984 ਚ 15 ਵਰਿਆਂ ਦਾ ਸੀ, ਤੇ ਜਿਹੜੀ
ਚੀਜ਼ਾਂ ਉਹ ਕਹਿੰਦੇ ਮੈਨੂੰ ਡਰ ਦੇ ਵਿੱਚ ਜਾਂ ਭੈ ਚ ਲੈ ਕੇ ਜਾਂਦੀਆਂ ਨੇ। ਕਲੀਅਰ ਲਿੰਕ ਇਹ ਲੱਗ ਰਿਹਾ ਕਿਤੇ ਸਰਕਾਰ ਇਹਨੂੰ ਆਰਕੈਸਟਰੇਟ ਕਰਕੇ ਇਸ ਤਰ੍ਹਾਂ ਨਾ ਦਿਖਾ ਦੇਵੇ ਵੀ ਇਹ ਤਾਂ ਜੀ ਵੱਖਵਾਦੀ ਨੇ ਜੀ, ਇਹ ਤਾਂ ਅੱਤਵਾਦੀ ਨੇ, ਜਿਵੇਂ ਉਹ ਕਹਿ ਰਹੇ ਨੇ। ਪਰ ਚੀਜ਼ਾਂ ਬਹੁਤ ਆ ਕੇ ਨੌਨ ਪੰਜਾਬੀਆਂ ਨੇ ਆ ਕੇ ਬੜੀਆਂ ਕਲੀਅਰ ਕੀਤੀਆਂ, ਰਾਜਸਥਾਨ ਵਾਲਿਆਂ ਨੇ, ਹਰਿਆਣੇ ਵਾਲਿਆਂ ਨੇ। ਹੁਣ ਉਹ ਵੀਡੀਓਜ਼ ਜਿਹੜੀਆਂ ਵਾਇਰਲ ਹੋ ਰਹੀਆਂ ਉਹ ਕਿਉਂਕਿ ਦੇਖਿਆ ਘੱਟ ਜਾਂਦਾ, ਉਹ ਦਿਖਾਇਆ ਘੱਟ ਜਾਂਦੀ ਹੈ, ਉਹ ਫਾਇਦੇ ਦੀ ਨਹੀਂ ਹੁੰਦੀ। ਜਿਸ ਚੋਂ ਕਹਿੰਦੇ ਵੀ ਕੀ ਗੱਲ ਹੈ, ਮੰਗਾਂ ਮੰਨਣ ਵਾਲੇ ਕੌਣ ਨੇ। ਚਲੋ ਇੱਕ ਇਹ ਅਲੱਗ ਵਿਸ਼ਾ ਹੈ ਕਿ ਇਸ ਕਿਸਾਨ ਮੋਰਚੇ ਨੂੰ ਧਰਮ ਦੀਆਂ ਹੋਰ ਮੰਗਾਂ ਨਾਲ ਜੋੜਨਾ ਚਾਹੀਦਾ, ਨਹੀਂ। ਉਹ ਚ ਦੋਨੇ ਪਾਸੇ ਲੋਕ ਸੋਚਦੇ ਆ, ਔਰ ਇਹਦਾ ਇੱਕ ਡਾਇਲੌਗ ਹੈ, ਇਹਦੇ ਨਾਲ ਉੱਥੇ ਡੈਮੇਜ ਕੀ ਹੁੰਦਾ ਇਹ ਗੱਲ ਸੋਚਣ ਤੋਂ ਬਾਹਰ ਹੈ। ਉਹਦੇ ਕੋਈ ਡੈਮੇਜ ਉੱਥੇ ਨਹੀਂ ਕੀਤਾ। ਹਰ ਇੱਕ ਦੀ ਭਾਵਨਾ, ਜਿਵੇਂ ਕੱਪੜੇ ਪਾਉਣ ਦੀ ਹਰ ਇੱਕ ਦੀ ਭਾਵਨਾ ਹੈ, ਕੋਈ ਕੁੜਤਾ ਪਜਾਮਾ ਪਾਉਂਦਾ, ਕੋਈ ਚਾਦਰਾ ਲਾਉਂਦਾ, ਕੋਈ 3 ਪੀਸ ਪਾਉਂਦਾ, ਕੱਪੜੇ ਤਾਂ ਸਾਰਿਆਂ ਦੇ ਪਾਏ ਨੇ, ਸਰੀਰ ਢੱਕੇ ਹੋਏ ਨੇ। 1984 ਹੁਣ ਤੱਕ ਕਲੀਅਰ ਹੀ ਹੋ ਗਈ ਨਾ ਗੱਲ। ਹੁਣ ਤਾਂ ਕਿਤਾਬਾਂ 'ਚ ਕਲੀਅਰ ਹੋ ਗਈ, ਬਾਇਓਗ੍ਰਾਫੀ 'ਚ ਕਲੀਅਰ ਹੋ ਗਈ, ਜਰਨੈਲਾਂ ਨੇ। ਹੁਣ ਤਾਂ ਸਵਾਮੀ ਨੇ ਹੀ ਕਹਿਤਾ, ਉਹ ਕਹਿੰਦਾ ਇਹ ਤਾਂ 3 ਸਾਲ ਪਹਿਲਾਂ 1984 ਜੂਨ 3 ਸਾਲ ਪਹਿਲਾਂ, ਕਹਿੰਦਾ ਜਦ ਮੈਂ MP ਸੀ ਮੈਨੂੰ ਜਦ ਪਤਾ ਲੱਗਿਆ ਸੀ ਵੀ ਸਰਕਾਰ ਕੋਈ ਪਲਾਨ ਕਰ ਲਿਆ। ਹੁਣ ਹੋਰ ਤਾਂ ਨਹੀਂ ਕੋਈ ਕਹਿ ਰਿਹਾ, ਤਾਂ ਹੁਣ ਤਾਂ MPO ਕਹਿ ਰਿਹਾ। ਸਾਰੇ ਇਹ ਕਹਿ ਰਹੇ ਨੇ ਵੀ ਨਹੀਂ ਇਹ ਹੋਣੀ ਨਹੀਂ ਸੀ ਚਾਹੀਦੀ। ਪਿਛਲੇ ਦਿਨ ਰਾਹ ਦੇ ਹੈੱਡ ਜੁਲਟ ਉਹਨਾਂ ਨੇ ਇੰਟਰਵਿਊ ਦਿੱਤੀ, ਉਹ ਕਹਿੰਦੇ ਨਾ ਜਾ ਰਹੇ, ਹੋਣਾ ਨਹੀਂ ਸੀ ਚਾਹੀਦਾ ਜਿਹੜਾ ਅੰਮ੍ਰਿਤਸਰ 'ਚ ਹੋਇਆ। ਬਚਾਇਆ ਜਾ ਸਕਦਾ ਸੀ, ਬੰਦੇ ਫੜੇ ਜਾ ਸਕਦੇ ਸੀ। ਪਰ ਜਦ ਇੱਕ ਨੇਸ਼ਨ ਨੂੰ, ਕੌਮ ਨੂੰ ਟਾਰਗੇਟ ਕਰਕੇ ਕੁਝ ਕੀਤਾ ਜਾਊ, ਇਸ ਤਰ੍ਹਾਂ ਹੀ ਹੋ। ਇੱਕ ਗੁਰਦੁਆਰਾ ਸਾਹਿਬ ਛੱਡ ਕੇ, ਸ਼੍ਰੀ ਅਕਾਲ ਤਖਤ ਸਾਹਿਬ ਛੱਡ ਕੇ ਬਾਕੀ 36 ਗੁਰਦੁਆਰਿਆਂ ਦੇ ਵਿੱਚ ਤਾਂ ਸੰਤ ਜਰਨੈਲ ਸਿੰਘ ਹੈ ਨਹੀਂ ਸੀ ਨਾ ਹੀ ਹਥਿਆਰਬੰਦ ਬੰਦੇ ਸੀ ਉੱਥੇ। ਉਹਦੇ ਬਾਅਦ ਆਪਰੇਸ਼ਨ ਵੁੱਡਰੋਜ਼, ਆਪਰੇਸ਼ਨ ਚੇਜ਼, ਜਿਹੜਾ ਅਗਲੇ 2-3 ਸਾਲ ਇਨੀਸ਼ੀਏਟ ਕਰਕੇ ਮੁਸ਼ਕਾਂ ਬੰਨ੍ਹ ਕੇ ਪਿੰਡਾਂ ਦੇ ਮੁੰਡਿਆਂ ਨੂੰ ਸਵੇਰੇ ਦਿਨ ਚੜ੍ਹਦੇ ਪੁਲਿਸ ਬਿਠਾਉਂਦੀ ਸੀ, ਉਹ ਕੀ ਪਾਰਟ ਸੀ ਉਹਦਾ। ਔਰ ਇੰਦਰਾ ਇਸ ਗੱਲ ਨੂੰ ਮੰਨੀ, ਆਪਣੀਆਂ ਕਲੋਜ਼ ਜਿੰਨਾ ਉਹਦਾ ਸਰਕਲ ਸੀ, ਵੀ ਮੇਰੇ ਤੋਂ ਗਲਤੀ ਹੋ ਗਈ, ਮੇਰੇ ਤੋਂ ਗਲਤੀ ਕਰਾ ਦਿੱਤੀ। ਸਾਰੇ ਸੀ ਆ ਵਾਜਪਾਈ ਸ਼ਾਜਪਾਈ ਵਰਗੇ, ਅਡਵਾਨੀ ਵਰਗੇ ਬੈਠੇ ਕਿੱਥੇ ਆ, ਕਿੱਥੇ ਬੈਠਾ ਅਡਵਾਨੀ ਅੱਜ। ਕੁਛ ਕੁਦਰਤ ਦਾ ਵੀ ਕਾਨੂੰਨ ਹੈ, ਲੱਤਾਂ ਘੜੀਸਦੇ ਮਰ ਗਏ, ਸਾਰੀ ਜ਼ਿੰਦਗੀ 'ਚ ਚੰਦਾ ਨਹੀਂ ਸੀ ਇਕੱਠਾ ਹੁੰਦਾ, ਖਾਲੀ ਡੋਲੂ ਖੜਕਦਾ ਸੀ। ਜਦ ਸਰਕਾਰ ਬਣੀ ਤਾਂ ਦਮੋਦਰ ਮੋਦੀ ਜੀ ਕਿੱਧਰੋਂ ਆ ਬੈਠੇ, ਪਤਾ ਹੀ ਨਹੀਂ ਲੱਗਿਆ। ਹੱਥ ਨਹੀਂ ਅਡਵਾਨੀ ਨਾਲ ਮਿਲਾਇਆ ਸੀ, ਤੁਹਾਡੇ ਸਾਹਮਣੇ ਤੁਸੀਂ ਵੇਖਿਆ, ਕੋਲ ਦੀ ਲੱਗ ਗਿਆ, ਹੱਥ ਜੋੜੀ ਖੜਾ। ਫਿਰ ਇਹੋ ਜਿਹੀ ਕੁਦਰਤ ਦਾ ਇੱਕ ਗੇੜ। ਹੁਣੇ ਵਰੀਸਮ ਜਿਹੜੀ ਸਵੇਰੇ ਅੱਜ ਗੱਲ ਤੁਸੀਂ ਸੁਣੀ ਹੈ ਸੁਖਬੀਰ ਸਿੰਘ ਉਹਨਾਂ ਦੀ, ਉਹ ਕਹਿੰਦੇ ਵੀ ਸਾਡੇ ਕੋਲ ਐਵੀਡੈਂਸ ਨੇ, ਜਦ ਸਿਸਟੈਮਿਕਲੀ ਜਦ ਉਹ ਚੀਜ਼ ਬਿਲਟ ਕਰਦੇ ਆ, ਹੇਟ ਕਰਦੇ ਆ, ਤੇ ਜਦ ਇੱਕ ਕਮਿਊਨਿਟੀ ਨੂੰ ਉਹਨਾਂ ਨੇ ਐਂਟੀ ਨੈਸ਼ਨਲ ਬਣਾਉਣਾ ਹੈ, ਫਿਰ ਉਹ ਸਾਡੇ ਕੋਲ ਹੈ। ਪੰਜਾਬ ਦੇ ਵਿੱਚ ਕਿੰਨੇ ਕੁ ਜਿਹੜੀ ਮਿਨੋਰਟੀਜ਼ ਨੂੰ ਕਿਹਾ ਜਾਂਦਾ ਸੀ, ਮਿਨੋਰਟੀਜ਼ ਵੀ ਹਿੰਦੂ ਭਾਈਚਾਰਾ ਮਿਨੋਰਟੀਜ਼ ਆ, ਪਰ ਹਿੰਦੂ ਤੇ ਸਿੱਖ, ਈਸਾਈ, ਮੁਸਲਮਾਨ ਉੱਥੇ ਕੋਈ ਡਿਫਰੈਂਸ ਨਹੀਂ। ਇੱਕ ਫੈਬਰਿਕ ਦੇ ਥੱਲੇ ਸਾਰੇ ਪਿਆਰ ਨਾਲ ਰਹਿੰਦੇ। ਘਟਨਾਵਾਂ ਹੋਈਆਂ, ਬੱਸਾਂ ਦੇ ਵਿੱਚੋਂ ਘੇਰ ਕੇ ਇਹਨਾਂ ਭਰਾਵਾਂ ਨੂੰ ਕੱਢ ਕੇ ਗੋਲੀ ਮਾਰੀ ਗਈ, ਪਰ ਉਹ ਸਿੱਧ ਨਹੀਂ ਹੋਇਆ ਵੀ ਉਹ ਕਿਹਨੇ ਮਾਰੀ। ਜਦ ਸ਼ਰੇਆਮ ਬਲੈਕ ਕੈਟ ਵਰਗੇ ਬੰਦੇ ਰੱਖੇ ਹੋਏ, ਕਾਲੀਆਂ ਬਿੱਲੀਆਂ ਜਿਹੜੀਆਂ ਪਿੰਕੀ ਨਿੱਤ ਪਿੱਟਦਾ ਹੁਣ ਲੱਗਿਆ ਹੋਇਆ ਨਾ, ਜਦ ਹੁਣ ਆਪਣਾ ਮੋਢੇ ਤੋਂ ਸਟਾਰ ਗਏ, ਪੀ ਕੇ ਦਾਰੂ ਗਲ ਤੱਕ ਭਰ ਕੇ ਤੇ ਗੁੱਲ ਕਰਦਾ, ਹੁਣ ਦੱਸਣ ਦਾ ਕੀ ਫਾਇਦਾ। ਜਿੱਦਣ ਮਸ਼ੀਨਰੀ ਬਣਿਆ ਸੀ ਸੈਣੀ ਦੀ, ਚੱਕ ਕੇ ਬੰਦੇ ਮਾਰਦਾ, ਉਦੋਂ ਦੱਸਿਆ ਬਲਦਾਦੀ ਉਧਰ ਨੂੰ ਲੈ ਗਏ ਜੀ, ਉਹ ਕਾਦੀਆਂ ਲੈ ਗਏ ਜੀ, ਉਹ ਇੱਥੇ ਲੈ ਗਏ ਜੀ, ਇੱਥੋਂ ਐ ਹੋ ਗਿਆ ਜੀ, ਉੱਥੋਂ ਆਹ ਹੋ ਗਿਆ। ਸ਼ਰੇਆਮ ਵਿਰਕ ਹੋਰਾਂ ਦੇ ਦਾ ਇੱਕ ਬੰਦਾ ਜਿਹੜਾ ਜਲੰਧਰ, ਜਿਹੜਾ ਨਾਂ ਬਦਲ ਕੇ ਤੇ ਕੀ ਕੁਛ ਉਹਦਾ ਲੱਭਿਆ ਮੁੜ ਕੇ। ਜ਼ਾਰ ਆਲਮ ਦੇ ਜਿਹੜੀਆਂ ਕੈਟ ਸੀ ਕੀ ਕਰਦੇ ਰਹੇ, ਸੰਤੋਖੇ ਕਾਲੇ ਹੋਣੀ ਕੀ ਕਰਦੇ ਰਹੇ ਉੱਥੇ, ਜੱਸੇ ਮਰੂਤੀ ਹੋਣੀ ਕੀ ਕਰਦੇ ਰਹੇ ਮਾਝੇ ਦੇ ਵਿੱਚ। ਧਾਰ ਕਹਾਣੀ ਦੇ ਵਿੱਚ ਸਾਰਾ ਕੁਝ ਲਿਖਿਆ ਹੈ। ਸੋ ਇਹ ਜਦ ਹੁਣ ਜੇ ਕਈ ਵਾਰ ਐ ਹੁੰਦਾ ਨਾ ਵੀ ਅਸੀਂ ਸਾਊ ਬਣ ਕੇ ਬਚ ਜਾਾਂਗੇ, ਅਸੀਂ ਆਹ ਗੱਲ ਨਾ ਕਰੀਏ ਅਸੀਂ ਬਚ ਜਾਾਂਗੇ। ਕਬੂਤਰ ਨੇ ਵੀ ਅੱਖਾਂ ਮੀਚੀਆਂ ਸੀ। ਇਹਦੇ ਚ ਸਗੋਂ ਤੁਹਾਨੂੰ ਸਾਖਰਤਾ ਹੋਵੇ, ਤੁਹਾਡੇ ਵੱਲ ਨੂੰ ਵੱਧਦਾ ਉਹ ਹੱਥ, ਪਹਿਲਾਂ ਤੁਹਾਨੂੰ ਪਤਾ ਹੋਵੇ ਹੱਥ ਮੇਰੇ ਵੱਲ ਵੱਧ ਰਿਹਾ, ਉਹਦਾ ਕੋਈ ਇਲਾਜ ਕੀਤਾ ਜਾਵੇ।
ਦੁਨੀਆ ਦੇ ਲੈਵਲ ਤੇ ਇਹ ਜਿਹੜਾ ਮੋਰਚਾ ਗਿਆ ਇਹਦੇ ਕਰਕੇ ਬਚਤ ਹੈ। ਇਸ ਦਾ ਰੌਲਾ ਦੁਨੀਆ 'ਚ ਪਿਆ, ਦੁਨੀਆ ਦਾ ਮੀਡੀਆ ਉਹਦੇ ਵੱਲ ਝਾਕਦਾ ਤਾਂ ਬਚਤ ਹੈ, ਨਹੀਂ ਤਾਂ 26 ਜਨਵਰੀ ਨੂੰ ਹੀ ਉਹਨਾਂ ਨੇ ਇਸ ਨੂੰ ਸੈੱਟ ਕਰ ਦੇਣਾ ਸੀ। ਕਿਉਂ? ਤਾਂ ਬਹੁਤ ਜਿਹੜੀਆਂ ਵੀਡੀਓਜ਼ ਆ ਗਈਆਂ ਵੀ ਕਿਵੇਂ ਰਸਤੇ ਖੋਲੇ, ਕਿਵੇਂ ਰਸਤੇ ਬੰਦ ਹੋਏ, ਕਿੱਧਰੋਂ ਕਿੱਧਰ ਨੂੰ ਗਏ। 26 ਜਨਵਰੀ ਵਾਲੇ ਦਿਨ ਇੱਕ ਅਕਾਲ ਸਹਾਇ ਵਾਲਾ ਜਿਹਦੇ ਨਕਲੀ ਕੱਪੜੇ ਪਾਏ ਹੋਏ ਸੀ, ਨਿਹੰਗਾਂ ਵਾਲੇ, ਜਿਹੜਾ ਵਾਹਿਗੁਰੂ ਵਾਹਿਗੁਰੂ ਕਰਦਾ, ਜਿਹਦੀ ਬੋਲੀ ਤੋਂ ਲੱਗਦਾ ਸੀ ਵੀ ਇਹ ਸਿੱਖ ਦੀ ਹੈ, ਉਹ ਕੀ ਕਹਿ ਰਿਹਾ ਸੀ ਬੰਦਾ? ਕਿੱਥੇ ਆ ਅਕਾਲ ਸਹਾਇ ਵਾਲੀ ਉਹ ਰਿਕਾਰਡਿੰਗ? ਕਿੱਥੇ ਆ ਅਕਾਲ ਸਹਾਇ ਵਾਲਾ ਬੰਦਾ? ਦਿੱਲੀ ਪੁਲਿਸ ਨੂੰ ਪਤਾ ਨਹੀਂ। ਪੌਣੇ 2 ਘੰਟੇ ਉਹਨੇ ਲਾਈਵ ਹੋ ਕੇ ਦੱਸਿਆ, ਬੋਲ ਰਿਹਾ ਉਹ ਗਾਰਡਸ ਨੂੰ, ਪਰਾਂ ਹੋ ਜਾਓ, ਕੱਟ ਦਿਆਂਗੇ, ਵੱਢ ਦਿਆਂਗੇ, ਪਰ ਕਿਸੇ ਨੇ ਕੱਟਿਆ ਵੱਢਿਆ ਨਹੀਂ ਕਿਸੇ। ਉਹ ਭੱਜਿਆ ਹੀ ਫਿਰਦਾ ਵਾਹਿਗੁਰੂ 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 ਕਰਦਾ, ਤੇ ਉਹ ਸ਼ਕਲ ਨਹੀਂ, ਆ ਜਾਓ ਸਿੰਘੋ, ਬਹਿ ਜਾਓ ਸਿੰਘੋ, ਸ਼ਹਿਰੀ ਸਿੱਖਾਂ ਵਾਲੀ ਬੋਲੀ ਜਿਹੜੀ ਉਹ ਬੋਲ ਰਿਹਾ। ਸੋ ਇਹ ਜਿਹੜਾ ਇੱਕ ਤਾਂ ਪਹਿਲੀ ਗੱਲ ਹੈ, ਇਹਨੂੰ ਪੜ੍ਹਨਾ ਚਾਹੀਦਾ ਪਲੀਜ਼, ਜਵਾਕਾਂ ਨੂੰ ਆਪ ਪੜ੍ਹਿਓ ਤੁਸੀਂ। BC residents fear further violence in India as farmer protest triggered trauma from 1984। ਉਈਓ ਲਿਖ ਲਿਓ ਗਲੋਬਲ ਨਿਊਜ਼ ਫਾਰ ਫਾਰਮਰ ਪ੍ਰੋਟੈਸਟ ਜਦੀ ਆ ਜਾਣਾ। ਤੇ ਇਹਦੇ ਵਿੱਚ ਬਹੁਤ ਵਧੀਆ ਜਿਹੜੀ ਇੰਟਰਵਿਊ ਦਿੱਤੀ ਹੈ ਸੁਖਦੀਪ ਸਿੰਘ ਉਹਨਾਂ ਨੇ। ਉਹ ਕਹਿੰਦੇ ਇਹ ਜੀ ਵੱਡਾ ਹੀ ਹੁੰਦਾ ਜਦ ਤੁਸੀਂ ਕੰਸਟੀਟਿਊਸ਼ਨਲ ਰਾਈਟਸ ਲਈ ਪੁੱਛੋਗੇ ਤੇ ਤੁਹਾਨੂੰ ਜਦ ਇੰਟਰਨੈਸ਼ਨਲ ਪੋਰਟਰੇਟ ਕਰ ਦਿੱਤਾ, ਫਿਰ ਇਹੀ ਚੀਜ਼ਾਂ ਹੁੰਦੀ। 1984 ਦੇ ਵੇਲੇ ਉਹ ਕਹਿੰਦਾ ਮੈਂ 15 ਸਾਲ ਦੇ, ਸੁਖਦੀਪ ਸਿੰਘ ਹੋਣੀ ਕਹਿੰਦੇ 9ਵੀਂ ਗ੍ਰੇਡ ਸੀ, ਉਹ ਮੇਰਾ ਫਸਟ ਟਾਈਮ ਸੀ ਮੇਰੀ ਜ਼ਿੰਦਗੀ ਦਾ ਜਦ ਸਾਕਾ ਹੋਇਆ। ਦਿਲਾਂ ਤੇ ਭੈ, ਕੌਮ ਦੇ ਦਿਲਾਂ ਤੇ ਜ਼ਖਮ ਕਿਵੇਂ ਹੁੰਦੇ ਨੇ ਵੱਡਿਆਂ ਸਾਕਿਆਂ ਨਾਲ। ਕੀ 15 ਵਰਿਆਂ ਦਾ ਕੋਈ ਪਾਰਟ ਸੀ? ਨਹੀਂ ਪਤਾ ਸੀ, ਕੁਝ ਵੀ ਨਹੀਂ ਸੀ ਪਤਾ, ਪਰ ਇਹ ਪਤਾ ਹੈ ਵੀ ਫੌਜਾਂ ਚੜ ਕੇ ਆ ਗਈਆਂ। ਤੋ ਇਸ ਦੇ ਵਿੱਚ ਜਿਹੜਾ ਹੁਣ ਇਹਨੂੰ ਜਦ ਸਵੇਰੇ ਇਹਦੀ ਗੱਲ ਚੱਲੀ, ਉਹ ਗੱਲ ਪਤਾ ਕੀ ਲੱਗਣ ਲਾਤੀ ਬਈ ਨਾ 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 ਨਾ, ਇਹ ਤਾਂ ਜੇ ਉੱਥੇ ਇਹ ਵੱਧ ਅਧਿਕਾਰ ਜਾਂ ਕੰਸਟੀਟਿਊਸ਼ਨਲ ਜੇ ਕੋਈ ਰਾਈਟਸ ਦੀ ਗੱਲ ਕਰਦਾ ਤਾਂ ਹੋਊਗਾ। ਇਹ ਨਹੀਂ ਉਹਨਾਂ ਨੇ ਲਿਖਿਆ, ਪਰ ਉਹ ਲੱਗਣ ਉਹ ਲਾਤਾ ਬਈ ਨਾ ਨਾ ਨਾ, ਇਹ ਤਾਂ ਲਿਖਿਆ ਵੀ ਤੁਸੀਂ ਗਲਤ ਕਰੋਗੇ ਤਾਂ ਤੁਹਾਨੂੰ ਚਿੰਬੜਨਗੇ ਆ ਕੇ। ਇਹ ਕਿਤੇ ਵੀ ਇੰਟਰਵਿਊ 'ਚ ਨਹੀਂ ਲਿਖਿਆ। ਸੁਖਬੀਰ ਸਿੰਘ ਉਹਨਾਂ ਨੂੰ ਮੈਂ ਸੱਦਿਆ, ਉਹਨਾਂ ਨੇ ਕਲੀਅਰ ਕੀਤਾ। ਹਾਂ, ਜਦ ਤੁਸੀਂ ਬੈਠੇ ਪੈਂਤੜੇ ਤੇ ਆ ਗੱਲ ਮਿਲ ਗਈ, ਆਟਾ ਗੁੰਨਦੀ ਆ, ਸਿਰ ਹਿਲਦਾ, ਪੈ ਜਾਓ, ਦੇਖੋ ਜੀ ਆਹ ਹੋ ਜੂ ਤੇ ਆਹ ਹੋ ਜੂ ਜੀ, ਤੇ ਨਾਲ 2 ਆਪਣੇ ਗੁਰਬਾਣੀ ਦੀਆਂ ਕਰੋ ਕੰਪਿਊਟਰ ਕਰਕੇ ਹੋਣ ਫੋਨ ਤੇ ਉਹ ਚੋਂ ਕੱਢੋ 2 ਲਾਈਨਾਂ ਤੇ ਠੋਕ ਦਿਓ। 5-4 ਦਿਨਾਂ ਬਾਅਦ ਉਹ ਉਹੀ ਗੱਲ ਦਾ ਉਲਟ ਫਿਰ ਬੋਲਣਾ ਹੁੰਦਾ ਵੀ ਨਹੀਂ ਇਹ ਤਾਂ ਗਲਤ ਸੀ, ਆਹ ਠੀਕ। ਮੈਂ ਬਿਲਕੁਲ ਇਸ ਗੱਲ ਤੇ ਮੈਂ ਇਹ ਨਹੀਂ ਕਹਿੰਦਾ ਵੀ ਉੱਥੇ ਹੋਇਆ ਜਾਂ ਨਹੀਂ ਹੋਇਆ, ਵੱਧ ਗੱਲ ਕੀਤੀ ਜਾਂ ਨਹੀਂ ਕੀਤੀ, ਪਰ ਕਈ ਵਾਰ ਸਰਕਾਰ ਦੇ ਤੁਹਾਡੇ ਲਈ ਮਨਸੇ ਜਿਹੜੇ ਹੁੰਦੇ ਨੇ ਉਹਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ। ਸੋ ਇਹਦੇ ਵਿੱਚ ਵੀ ਖਿਆਲ ਰੱਖਣ ਦੀ ਲੋੜ ਹੈ ਬਿਲਕੁਲ। ਹੁਣ ਉਸ 84 ਤੋਂ ਬਾਅਦ ਉਹ ਤਾਂ ਗੱਲ ਨਿਬੜ ਗਈ ਸੀ। ਨਿਬੜਨ ਤੋਂ ਬਾਅਦ ਫਿਰ ਜਿਹੜਾ ਕੋਈ ਪੰਜਾਬ 'ਚ 92-93 ਵਿੱਚ ਹੋਇਆ, ਰੇਸੀ ਹੋਏ ਲੋਕ, ਉਸ ਸਮੇਂ ਸਭ ਤੋਂ ਵੱਧ ਆਏ, ਮਾਈਗ੍ਰੇਸ਼ਨ ਹੋਈ। ਹੁਣ ਜਿਹੜੇ ਹੁਣ ਆਏ ਨੇ ਪਿਛਲੇ 4 ਸਾਲਾਂ 'ਚ, ਇਹਨਾਂ ਨੂੰ ਕੀ ਹੋਇਆ ਵੀ? ਕੀ ਇਹ ਉੱਥੇ ਕੋਈ ਰਾਈਟਸ ਮੰਗਦੇ ਸੀ, ਕੋਈ ਇਹ ਕੰਸਟੀਟਿਊਸ਼ਨਲ, ਕੋਈ ਹਥਿਆਰਬੰਦ ਸੰਘਰਸ਼ ਸੀ? ਨਹੀਂ, ਇਹਨਾਂ ਕੋਲ ਇਹਨਾਂ ਨੂੰ ਸਾਹਮਣੇ ਦਿਖਦਾ ਕੱਖ ਨਹੀਂ ਸੀ। ਇਹ ਕਾਹਦੇ ਲਈ ਉੱਜੜੇ ਨੇ ਜਿਹੜੇ 20-21 ਸਾਲ ਦੇ ਫਿਰਦੇ ਸਾਡੇ ਕੋਲ? ਇਹ ਕਿਉਂ ਪੰਜਾਬ ਛੱਡਿਆ? ਚਲ ਅਸੀਂ 50 ਸਾਲਾਂ ਨੇ ਤਾਂ ਛੱਡਿਆ ਜਦ, ਇਹ ਕਿਉਂ ਛੱਡ ਕੇ ਆਏ? ਕਿਉਂਕਿ ਹੈ ਹੀ ਕੱਖ ਨਹੀਂ ਤੁਹਾਡੇ ਕੋਲ, ਦਿੱਤਾ ਹੀ ਕੱਖ ਨਹੀਂ। ਹੁਣ ਤਾਂ 100 ਕਾਲ 95 ਤੋਂ ਪੰਜਾਬ ਸ਼ਾਂਤ ਆ, 25 ਸਾਲ ਹੋ ਗਏ, ਸਰਕਾਰਾਂ ਬਣ ਰਹੀਆਂ ਨੇ, ਕੋਈ ਪ੍ਰੈਜ਼ੀਡੈਂਟ ਰੂਲ ਨਹੀਂ। ਹੁਣ 25 ਸਾਲਾਂ 'ਚ ਸਰਕਾਰ ਨੇ ਕੀ ਨਾ ਕੀਤਾ ਪੰਜਾਬ 'ਚ, ਜਿਹਦੇ ਕਰਕੇ ਪਰਦੇਸੀ ਹੋਏ। ਧੜਾ ਧੜ ਕਾਲਜ, ਬੁਰਾ ਹਾਲ ਕਰਤਾ ਐਜੂਕੇਸ਼ਨ ਦਾ, ਧੜਾ ਧੜ ਜ਼ਹਿਰੀਲੀਆਂ ਸਬਜ਼ੀਆਂ ਤੇ ਫਲ ਤੇ ਜੇ ਤੇ ਬੋ, ਧੜਾ ਧੜ ਮਾਈਗ੍ਰੇਸ਼ਨ, ਬਾਹਰਲੇ ਪ੍ਰੋਵਿੰਸਿਸ ਤੋਂ ਆ ਕੇ ਲਓ ਜ਼ਮੀਨਾਂ, ਧੜਾ ਧੜ ਫਰਟੈਲਿਟੀ ਦੇ ਥੱਲੇ ਜਵਾਕ ਨਹੀਂ, ਤੁਸੀਂ ਨਪੁੰਸਕ ਹੋ ਗਿਆ, ਲਓ ਲਵਾਓ ਟੀਕੇ ਤੇ ਜੰਮੋ ਜਵਾਕ। ਉਹ ਕਿਉਂ ਹੋ ਰਿਹਾ? ਫਿਰ ਉਹਨਾਂ ਨੇ ਤਾਂ ਹੁਣ ਪਿਛਲੇ 25 ਸਾਲ ਕੁਝ ਨਹੀਂ ਮੰਗਿਆ। ਜੇ ਹੁਣ ਲੱਗਦਾ ਹੈ ਵੀ ਜੇ ਬਰਾਬਰਤਾ ਦੀ ਗੱਲ ਕਰਨ ਦੇ ਨਾਲ ਪੰਜਾਬ ਇੱਕ ਵਾਰ ਫੇਰ ਸੜੂਗਾ, ਪਰ ਪਿਛਲੇ 25 ਸਾਲ 1995 ਤੋਂ 2020 ਤੱਕ ਤਾਂ ਕੁਝ ਨਹੀਂ ਮੰਗਿਆ, ਫੇਰ ਕਿਉਂ ਸੜ ਰਿਹਾ ਪੰਜਾਬ? ਤੁਹਾਡੀਆਂ ਮੈਂ ਕਾਲਸ ਲੈਣਾ ਜੀ, ਮੈਂ ਇਸ ਨੂੰ ਪੂਰਾ ਕਰ ਦਿਆਂ।
ਇਹਦੇ ਵਿੱਚ ਸਰ ਸੁਖਦੀਪ ਸਿੰਘ ਹੋਣੀ ਕਹਿੰਦੇ ਆ, ਕਹਿੰਦੇ ਫਿਰ ਜਦ ਉੱਥੇ ਸਰਕਾਰੀ ਜਦ ਟੈਰਰਿਜ਼ਮ ਜਦ ਉੱਥੇ ਵਧਿਆ, ਹਾਲਾਤ ਖਰਾਬ ਹੋਏ, ਉਹਦੇ ਕਰਕੇ ਸਰਵਾਈਵਲ ਲਈ ਅਸੀਂ ਇੱਥੇ ਨਿਕਲੇ, ਡਿਵੈਲਪਮੈਂਟ ਸਾਡੀ ਰੁਕ ਗਈ ਤੇ ਲੋਕ ਸਿਚੁਏਸ਼ਨ ਚੋਂ ਬਾਹਰ ਨਿਕਲਣ ਲਈ ਭੱਜੇ। ਕਹਿੰਦੇ ਤਾਂ ਵੱਡੀ ਮਾਈਗ੍ਰੇਸ਼ਨ ਹੋਈ, ਨਾ ਕਿ ਇਸ ਦੇਸ਼ ਦੇ ਵਿੱਚ ਚੰਗੀ ਜ਼ਿੰਦਗੀ ਲਈ ਅਸੀਂ ਆਏ। ਸਭ ਤੋਂ ਵੱਡੀ ਗੱਲ ਜਿਹੜੀ ਇਸ ਆਪਣੇ ਆਰਟੀਕਲ ਦੇ ਵਿੱਚ ਹੈ ਉਹ ਖਾਲਸਾ ਦੀਵਾਨ ਸੁਸਾਇਟੀ ਦੇ ਸਾਹਿਬ ਮਲਕੀਤ ਸਿੰਘ ਧਾਮੀ ਉਹਨਾਂ ਨੇ ਜਿਹੜੀ ਗੱਲ ਕੀਤੀ, ਉਹ ਕਹਿੰਦੇ 2015 ਦੇ ਵਿੱਚ ਅਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਇੱਥੇ ਸੱਦਿਆ, ਸਤਿਕਾਰ ਦਿੱਤਾ, ਪਰ ਜੇ ਕਹਿੰਦੇ ਜਿਹੜਾ ਕੁਝ ਹੁਣ ਹੋ ਰਿਹਾ, ਜੇ ਮੈਨੂੰ ਜਦ ਸਾਨੂੰ ਪਤਾ ਹੁੰਦਾ ਤਾਂ ਇਹ ਉਹ ਨਹੀਂ ਸੀ 2015 ਚ ਹੋਣਾ। ਜਿਹੜਾ ਮਤਲਬ ਉਹਨਾਂ ਨੇ ਮੇਨ ਹੋਸਟ ਬਣ ਕੇ ਵਿਰੋਧਤਾ ਚਾਹੇ ਹੋਈ, ਪਰ ਪ੍ਰਧਾਨ ਮੰਤਰੀ ਮੋਦੀ ਹੋਣੀ ਖਾਲਸਾ ਦੀਵਾਨ ਸੁਸਾਇਟੀ ਚ ਆਏ, ਸਾਰਿਆਂ ਨੇ ਅੱਧੀ ਕਮਿਊਨਿਟੀ ਅਗੇਂਸਟ, ਅੱਧੀ ਹੱਕ ਚ ਹੋਈ। ਤੇ ਉਹ ਕਹਿੰਦੇ ਜਿਹੜਾ ਕੁਝ ਅੱਜ ਹੋਇਆ ਤੇ ਉਹ ਮੇਰਾ ਉਹ ਜੇ ਮੈਨੂੰ ਪਤਾ ਹੁੰਦਾ ਉਸ ਸਮੇਂ ਦਾ ਸਾਡਾ ਡਿਫਰੈਂਟ ਡਿਸੀਜਨ ਹੁੰਦਾ। ਉਹ ਕਹਿੰਦੇ ਫਾਰਮਰਜ਼ ਆਪਣੇ ਹੱਕਾਂ ਲਈ ਤੇ ਆਪਣੀ ਲੈਂਡ ਦੇ ਲਈ ਲੜ ਰਹੇ ਨੇ, ਦੇ ਆਰ ਫਾਈਟਿੰਗ ਫॉर देयर ਲਾਈਵਲੀਹੁੱਡ। ਅੱਛਾ, ਹੁਣ ਕੀ ਸਿੱਖ ਨੇ ਉੱਥੇ? ਨੋ, ਜੇ ਖਾਪ ਪੰਚਾਇਤਾਂ ਦਾ ਇਕੱਠ ਕਰੋ ਉਹਨੇ ਸਿੱਖ ਨਹੀਂ, ਅੱਜ ਨਹੀਂ, ਇੱਕ ਖਾਪ ਪੰਚਾਇਤ ਤੇ ਨੇ, ਔਰ ਖਾਪ ਪੰਚਾਇਤਾਂ ਵਾਲੇ ਸਟੇਜ ਤੋਂ, ਟਕੈਤ ਦੀ ਸਟੇਜ ਤੋਂ ਵਾਇਰਲ ਹੋਈਆਂ ਵੀਡੀਓ ਨੇ, ਸ਼ਰੇਆਮ ਸਿੱਧੀਆਂ ਗਾਲਾਂ ਪ੍ਰਧਾਨ ਮੰਤਰੀ ਮੋਦੀ ਨੂੰ ਕੱਢ ਰਹੇ ਨੇ। ਉਹਨਾਂ ਨੂੰ ਐਂਟੀ ਨੈਸ਼ਨਲ ਨਹੀਂ ਕਿਹਾ ਜਾਂਦਾ, ਔਰ ਉਹਨਾਂ ਨੂੰ ਸਾਡੇ ਵਾਲੇ ਜਿਹੜੇ ਦੀਪ ਸਿੱਧੂ ਨੂੰ ਇਹ ਸਾਰਾ ਕੁਝ ਠਹਿਰਾਉਂਦੇ ਨੇ, ਉਹ ਉਹਨੂੰ ਵੀ ਮਾੜਾ ਨਹੀਂ ਕਹਿੰਦੇ। ਗਾਲਾਂ ਦੀ ਭਾਸ਼ਾ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵਰਤਣੀ ਚਾਹੀਦੀ ਹੈ, ਧੀ ਭੈਣ ਦੀ ਤੇ ਜੇ ਤੇ ਉਹ, ਔਰ ਵਰਤ ਰਹੇ ਨੇ ਲੋਕ ਉੱਥੇ ਸਿੱਧਾ ਨਾਂ ਲੈ ਕੇ, ਉਹਦੀ ਕੋਈ ਵਿਰੋਧਤਾ ਨਹੀਂ। ਹਾਂ ਇਹ 3 ਲੱਖ ਬੰਦਾ ਜਿਹੜਾ ਲੈ ਗਿਆ, ਜਿਹੜਾ ਕਿ ਕੱਲਾ ਸੀ, ਉਹ ਨਹੀਂ ਲੈ ਕੇ ਗਿਆ ਦੀਪ ਕਿਸੇ। ਕੱਲ ਮੇਰੇ ਪ੍ਰੋਗਰਾਮ ਤੋਂ ਬਾਅਦ ਲੰਬੀ ਦੇ ਇਲਾਕੇ 'ਚ ਭਾਊ ਜਿਹੜੇ ਰਹਿੰਦੇ ਆ ਇੱਥੇ ਲੋਕਲ, ਵਧੀਆ ਇੱਕ ਪਰਿਵਾਰ ਆ, ਉਹਨੇ ਦੱਸਿਆ ਕਿ ਸਾਡੇ ਭਤੀਜੇ 3 ਗਏ ਹੋਏ ਨੇ। ਮੈਨੂੰ ਕਹਿੰਦੇ ਉਹਨੇ ਦੱਸਿਆ ਬਈ ਸਾਡੇ ਨਾਲ ਤੁਰਿਆ ਜਾਂਦਾ ਸੀ ਦੀਪ, ਕਿਸੇ ਨੂੰ ਉਹਨੇ ਝੰਡਾ ਨਹੀਂ ਫੜਾਇਆ, ਕਿਸੇ ਨੂੰ ਝੰਡਾ ਚੜਾਉਣ ਲਈ ਨਹੀਂ ਕਿਹਾ। ਵਾਂ ਪਿੰਡ ਵਾਲਾ ਮੁੰਡਾ ਉਸੇ ਸਮੇਂ ਆਇਆ, ਉਹ ਕਹਿੰਦਾ ਮੈਂ ਚੜਾਉਣਾ, ਉਹਨੇ ਚੜਾਤਾ। ਹਾਂ, ਉਹਨੇ ਲਾਈਵ ਜ਼ਰੂਰ ਹੋਇਆ, ਉਹ ਲਾਈਵ ਹੋ ਕੇ ਨਾਅਰੇ ਮਾਰੇ ਨੇ, ਉਹਨੇ ਲਾਈਵ ਹੋ ਕੇ ਨਾਅਰੇ ਮਾਰਤੇ, ਬਾਕੀ ਬੰਦੇ ਸਿੱਧੇ ਨਾਅਰੇ ਮਾਰਦੇ ਸੀ। ਹਾਂ, ਉੱਥੋਂ ਗਿਆ, ਉਹ ਸਿਚੁਏਸ਼ਨ ਉਹ ਕੀ ਹੋਈ, ਕਿਹਦੇ ਕਰਕੇ ਉਹਨੂੰ ਜਾਣਾ ਪਿਆ, ਉਹ ਤਾਂ ਉਹੀ ਜਵਾਬ ਦੇ ਸਕਦਾ ਵੀ ਉਹਨੂੰ ਸਡਨ ਉੱਥੋਂ ਕਿਉਂ ਜਾਣਾ ਪਿਆ। ਪਰ ਇਹਨੂੰ ਇਨੀਸ਼ੀਏਟ ਇਸ ਤਰ੍ਹਾਂ ਕੀਤਾ ਵੀ ਨਹੀਂ, ਉਹ 3 ਲੱਖ ਬੰਦੇ ਨੂੰ ਉਹ ਲੈ ਗਿਆ। ਜੋ 3 ਲੱਖ ਬੰਦੇ ਨੂੰ ਲਿਜਾਣ ਜੋਗਾ ਹੁੰਦਾ, 3 ਲੱਖ ਬੰਦੇ ਦੀ ਸਟੇਜ ਵੀ ਅੱਡ ਲਾਈ ਬੈਠਾ ਹੁੰਦਾ। ਉਹ ਨਹੀਂ, ਉਹ ਕੋਈ ਕਿਸੇ ਨੂੰ ਨਹੀਂ ਲੈ ਗਿਆ। ਜਿਵੇਂ ਪੰਜਾਬ ਚੋਂ ਕੋਈ ਕਿਸੇ ਨੂੰ ਨਹੀਂ ਨਾ ਲੈ ਕੇ ਗਿਆ, ਜਿਵੇਂ ਪੰਜਾਬ ਦਿਆਂ ਨੇ ਨੌਜਵਾਨਾਂ ਨੇ ਬੈਰੀਕੇਡ ਪੱਟੇ, ਹਰਿਆਣੇ ਦਿਆਂ ਨੇ ਕਿਵੇਂ ਸੜਕਾਂ ਜਿਹੜੀਆਂ ਭਰੀਆਂ, ਉਹ ਕੋਈ ਨਹੀਂ ਲੈ ਕੇ ਗਿਆ। ਉਹ ਆਪਣੀ ਜ਼ਿੰਦਗੀ ਲਈ ਗਏ ਹੋਏ ਨੇ ਸਾਰੇ। ਹੁਣ ਜਿਹੜੇ ਖਾਪ ਪੰਚਾਇਤਾਂ ਵਾਲੇ ਨੇ ਤਾਂ ਦੇਸ਼ ਦੀ ਅਖੰਡਤਾ ਦੇ ਵਿੱਚ ਮਤਲਬ ਦੇਸ਼ ਨੂੰ ਸਭ ਤੋਂ ਵੱਧ ਪੈਟਰੀਓਟਿਜ਼ਮ ਜਿਹੜਾ ਖਾਪ ਪੰਚਾਇਤਾਂ ਦੇ ਕੋਲ ਹੈ। ਉਹ ਕਦੇ ਨਹੀਂ ਬਹਿ ਗਏ ਆ ਕੇ, ਫਿਰ ਜੇ ਦੇਸ਼ ਦੇ ਖਿਲਾਫ ਹੈ ਐਜੀਟੇਸ਼ਨ, ਉਹ ਤਾਂ ਕਦੇ ਨਾ ਬੈਠਣ। ਤੇ ਜਿੰਨੇ ਸਾਡਾ ਵੀ ਭਾਈਚਾਰਾ ਪੰਜਾਬ ਚੋਂ ਗਿਆ, ਉਹਦਾ ਮਤਾ ਉਹ ਖਿਆਲ ਕਰੋ ਵੀ ਉਹ ਦੇਸ਼ ਦੇ ਖਿਲਾਫ ਹੈ, ਉਹ ਦੇਸ਼ ਤੋੜਨ ਵਾਲਾ। ਲੋ, ਉਹ ਆਪਣੇ ਹੱਕਾਂ ਲਈ ਗਏ ਨਾ। ਅਸੀਂ ਇੱਥੋਂ ਚਾਹੁੰਦੇ, ਅਸੀਂ ਬਿਲਕੁਲ ਇਸ ਗੱਲ ਦੇ ਹੱਕ 'ਚ ਨਹੀਂ ਕਿ ਕੋਈ ਵੀ ਅਜਿਹੀ ਗੱਲ ਉੱਥੇ ਹੋਵੇ ਜਿਹੜੀ ਜਿਹਦੇ ਨਾਲ ਦੇਸ਼ ਦੀ ਅਖੰਡਤਾ ਨੂੰ ਖਤਰਾ ਹੋਵੇ। ਸਾਡਾ ਵੀ ਦੇਸ਼ ਆ, ਅਸੀਂ ਵੀ ਜਾਂਦੇ ਹਾਂ ਉੱਥੇ। ਸਾਡਾ ਪੰਜਾਬ ਉਸੇ ਦੇਸ਼ 'ਚ ਹੈ, ਇੱਕ ਸੂਬਾ ਉੱਥੇ ਦਾ। ਸਾਡਾ ਹਰਮੰਦਰ ਸਾਹਿਬ, ਦਰਬਾਰ ਸਾਹਿਬ ਉੱਥੇ ਆ, ਅਸੀਂ ਉੱਥੇ ਜਾਣਾ। ਸੋ ਇਹ ਜਿਹੜੀ ਅੰਤਰੀਵ ਆ ਇਸ ਆਰਟੀਕਲ ਦਾ, ਤੁਸੀਂ ਪਲੀਜ਼ ਸਾਰੇ ਪੜ੍ਹਿਓ ਤੇ ਫਿਰ ਇਹ ਤੇ ਖੁਦ ਨਿਰਣਾ ਲਿਓ। ਮੇਰੇ ਦੱਸਣ ਦੀ ਨਹੀਂ ਗੱਲ ਬਈ ਸਰ ਸੁਖਦੀਪ ਸਿੰਘ ਉੱਤੇ ਕਹਿ ਕੀ ਰਹੇ। ਦਿਓਲ ਸਾਹਿਬ, ਲਾਈਨ ਨੰਬਰ 2। ਜੀ ਗੱਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਯਾਰ ਸਾਹਿਬ, ਦੇਖੋ ਇਹਦੇ ਵਿੱਚ ਇੱਕ ਤਾਂ ਚਲੋ ਮੈਂ ਇਹ ਸਮਝਦਾ ਵੀ ਕਦੇ ਵੀ ਇਹ ਕੋਈ ਜਿਹੜਾ ਦਾਅਵਾ ਕਰਦਾ ਹੁੰਦਾ ਵੀ ਅਸੀਂ ਕੋਈ 1984 ਅੱਖੀਂ ਦੇਖਿਆ, ਹੰਢਾਇਆ, ਜਾਂ ਜਿਹੜੇ ਅੱਜ ਦਾਅਵਾ ਕਰਦੇ ਵੀ ਅਸੀਂ ਸਾਰਾ ਕੁਝ ਸਮਝਦੇ ਹਾਂ, ਇਨਕਲੂਡਿੰਗ ਮੀ, ਉਹ ਮੈਨੂੰ ਲੱਗਦਾ ਸਾਨੂੰ ਇੱਕ ਬਹੁਤ ਵੱਡਾ ਭੁਲੇਖਾ ਹੁੰਦਾ। ਅਸੀਂ ਵਿੱਚ ਬੈਠ ਕੇ ਵੀ ਘਟਨਾਵਾਂ ਨੂੰ ਸਮਝ ਨਹੀਂ ਸਕਦੇ ਹੁੰਦੇ, ਜਿੰਨਾ ਚਿਰ ਅਸੀਂ ਸਾਰੇ, ਸਾਡਾ ਫਰਜ਼ ਹੁੰਦਾ ਹੈ ਜਿਹੜਾ ਇੰਟੈਲੈਕਚੁਅਲ ਬੰਦਾ ਕੋਈ ਵੀ ਹੋਵੇ ਜਾਂ ਕੋਈ ਆਪਣੇ ਆਪ ਨੂੰ ਉੱਤੇ ਲਿਖ ਰਿਹਾ, ਉਹਦਾ ਸਾਰੇ ਪੱਖ ਪੇਸ਼ ਕਰਦੇ ਲੋਕ ਆਪਣੇ ਆਪ ਆ। ਕਹਿਣ ਤੋਂ ਪਹਿਲਾਂ ਮੈਂ ਦੋਨਾਂ ਘਟਨਾਵਾਂ ਨੂੰ ਖਾਸ ਕਰਕੇ ਜ਼ਿਕਰ ਕਰਨਾ ਚਾਹੁੰਦਾ। ਅੱਜ ਦੀ ਘਟਨਾਵਾਂ ਦਾ ਮੈਂ ਇਹ ਗੱਲ ਕਰਨਾ ਵੀ ਜਦੋਂ ਕੋਈ ਖੇਡ ਚੱਲਦੀ, ਜਦੋਂ ਮੈਦਾਨ ਦੇ ਵਿੱਚ ਕਪਤਾਨ ਜਾਂ ਦੋਨੋਂ ਟੀਮਾਂ ਖੇਡਦੀਆਂ ਆ,
ਜਿਹੜੀ ਵਿਰੋਧੀ ਧਿਰ ਆ, ਬੇਸ਼ੱਕ ਮੋਦੀ ਵਾਲੀ ਹੋਵੇ, ਬੇਸ਼ੱਕ ਇੱਧਰ ਰਾਜੇਵਾਲ ਯੂਨੀਅਨ ਦੀ ਹੋਵੇ, ਦੋਨਾਂ ਧਿਰਾਂ ਨੇ ਆਪਣਾ ਆਪਣਾ ਜ਼ੋਰ ਲਾਉਣਾ ਆ ਕਿ ਅਸੀਂ ਜਿੱਤਣਾ ਆ, ਅਸੀਂ ਇੱਕ ਨੂੰ ਹਰਾਉਣਾ। ਬਾਹਰ ਬੈਠੇ ਦਰਸ਼ਕ ਹੂਟਿੰਗ ਕੀ ਕਰਦੇ, ਕਿਹੜੇ ਝੰਡੇ ਚੱਕਿਓ, ਕਿਹੜੇ ਨਿਸ਼ਾਨ ਚੱਕਿਓ, ਤੁਸੀਂ ਆਪਣੀ ਮੰਨ ਲਓ ਉਹਨਾਂ ਦੇ ਉੱਤੇ ਫੋਕਸ ਕਰਕੇ ਜੇ ਕਹੋਗੇ ਅਸੀਂ ਇਹ ਸਾਨੂੰ ਪਰੇਸ਼ਾਨ ਕਰਦੇ, ਇਹਨਾਂ ਕਰਕੇ ਹਾਰਦੇ, ਤੇ ਉਹ ਆਪਣੀ ਦੇ ਆਗੂ ਨਹੀਂ, ਮੰਨ ਲਓ ਆਗੂ ਦੇ ਵਿੱਚ ਉਹ ਗੁਣ ਨਹੀਂ ਹੈਗੇ ਜਿਹੜਾ ਉਹ ਮੈਦਾਨ ਦੇ ਵਿੱਚ ਲੜ ਸਕੇ। ਇਹ ਇਹਨਾਂ ਨੂੰ ਖੁਦ ਮੇਰੇ ਖਿਆਲ ਨਾਲ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਆ। ਤੁਸੀਂ ਆਪਣੀਆਂ ਕਮਜ਼ੋਰੀਆਂ, ਜੇ ਗੇਮ ਜਿੱਤਣੀ ਤਾਂ ਆਪਣੀ ਸਫਲਤਾ ਦੇ ਵੱਲ ਧਿਆਨ ਦਿਓ, ਨਾ ਕਿ ਬਾਹਰ ਰੱਖਿਆ ਜਾਵੇ। ਤੇ ਦੂਜੀ ਗੱਲ ਜਿਹੜੀ 1984 ਦੀ ਆ, ਉਹ ਦੇਖੋ ਜੀ ਹਰ ਇੱਕ ਦੀ ਵਿਆਖਿਆ ਆਪਣੀ ਆਪਣੀ ਹੈ। ਜਿਹੜੀ ਅਸੀਂ ਵੀ ਬਹੁਤ ਕੁਝ ਪਹਿਲਾਂ ਸਟੇਟ ਦਾ ਲਿਖਿਆ ਪੜ੍ਹਦੇ ਰਹੇ, ਹੁਣ ਮੈਂ 2 ਮਿੰਟ ਜੀ ਵਿੱਚ ਕੰਪਲੀਟ ਕਰ ਦਿੰਦਾ ਬਈ। ਇੱਕ ਤਾਂ ਉਹ ਜਿਹੜੀ ਪੇਪਰ ਸਟੇਟ ਆ, ਸਿੱਖਾਂ ਦਾ ਸਿਧਾਂਤਿਕ ਪੱਖ ਆ, ਉਹਦੇ ਨਾਲ ਕਲੈਸ਼ ਰਹਿਣਾ ਹੀ ਆ, ਪਹਿਲਾਂ ਤੋਂ ਰਿਹਾ, ਭਾਵੇਂ ਮੁਗਲ ਸਟੇਟ ਨਾਲ ਹੈਗਾ, ਭਾਵੇਂ ਅੰਗਰੇਜ਼ ਨਾਲ ਰਿਹਾ, ਭਾਵੇਂ ਅੱਜ ਰਹਿਣਾ, ਉਹ ਰਹਿਣਾ ਹੀ ਰਹਿਣਾ। ਪਰ ਦੂਜੇ ਵੱਲੇ ਜਿੱਦਾਂ ਉਹ ਮੰਨ ਲਓ ਸੰਤਾਂ ਦੇ ਨਾਂ ਤੇ ਲਾ ਕੇ ਗੱਲ ਕੀਤੀ ਜਾਂਦੀ ਵੀ ਵਾਇਲੈਂਟ ਹੋ ਜਾਣਾ ਜਾਂ ਕਿੱਦਾਂ, ਉਸ ਵੇਲੇ ਸੰਤਾਂ ਨੇ ਕਦੇ ਵੀ ਉਹ ਪੱਖ ਦੇ ਵਿੱਚ ਜਿਹੜਾ ਉਹਨਾਂ ਦੇ ਵਿੱਚ ਦਖਲ ਨਹੀਂ ਦਿੱਤਾ ਸੀਗਾ। ਜਿਹੜੀ ਰਿਐਲਿਟੀ ਆ ਉਹ ਆਪਣਾ ਜਿਹੜਾ ਤੁਸੀਂ ਵੀ ਦੱਸਦੇ ਹੁੰਦੇ ਹੋ, ਆਪਣੇ ਪੰਥਕ ਮਸਲਿਆਂ ਦੇ ਨਾਲ ਸਟੇਟ ਨਾਲ ਲੜ ਰਹੇ ਹੈਗੇ, ਜਿੱਦਾਂ ਅੱਜ ਵੀ ਸਿੱਖ ਲੜਦੇ ਆ, ਬੇਸ਼ੱਕ ਬਰਗਾੜੀ ਦਾ ਹੋਵੇ ਜਾਂ ਗੁਰੂ ਦੀ ਬੇਅਦਬੀ। ਉਹਦੇ ਵਿੱਚ ਜਦੋਂ ਤੁਸੀਂ ਮੋਟੇ ਤੌਰ ਤੇ ਦੇਖੋ ਵੀ ਜਦੋਂ ਉਦੋਂ ਵੀ ਕਿਸਾਨੀ ਮੋਰਚਾ ਹੀ ਚੱਲਦਾ ਸੀਗਾ, ਪਾਣੀਆਂ ਦੇ ਮੋਰਚੇ ਚੱਲਦੇ ਕਿ ਕਾਮਰੇਡਾਂ ਨੇ ਉਦੋਂ ਵੀ ਐਲਾਮਾ ਦਿੱਤਾ ਗਾ ਅਕਾਲੀਆਂ ਨੂੰ ਵੀ ਤੁਸੀਂ ਧਰਮ ਦੀ ਰਾਜਨੀਤੀ ਛੱਡ ਕੇ ਸਾਡੇ ਨਾਲ ਰਲੋ, ਅਸੀਂ ਸਟੇਟ ਨਾਲ ਲੜਦੇ ਆ ਤੁਹਾਡੇ ਨਾਲ ਰਲ ਕੇ, ਤੇ ਆਪਾਂ ਕਪੂਰੀ ਦਾ ਮੋਰਚਾ ਰਲ ਕੇ ਲਾਉਣੇ ਆ, ਤੇ ਫਿਰ ਆਪਾਂ ਦੇਖਦੇ ਆ ਵੀ ਤੁਸੀਂ ਵਿੱਚ ਧਰਮ ਨੂੰ ਲੱਗ ਕਰੋ, ਕੱਲੀ ਕਿਸਾਨੀ ਜਾਂ ਪਾਣੀਆਂ ਦਾ ਲੜੋ। ਤੇ ਇਹ ਮੰਨ ਗਏ, ਚਲੋ ਇਹਨਾਂ ਨੇ ਮੰਨ ਲਿਆ, ਸਾਰੀ ਦੁਨੀਆ ਨੂੰ ਪਤਾ ਆ, ਇਤਿਹਾਸ ਗਵਾਹ ਆ। ਕਪੂਰੀ ਦੇ ਮੋਰਚੇ ਵੇਲੇ ਕਾਂਗਰਸੀ ਸਰਕਾਰ ਇੱਥੇ ਸੀਗੀ, ਕਾਂਗਰਸੀ ਪੰਜਾਬ ਦੇ ਤੇ ਕਾਂਗਰਸ ਸੈਂਟਰ। ਜਦੋਂ ਸਟੇਟ ਨੇ ਉਦੋਂ ਵਾਇਲੈਂਟ ਕੀਤਾ, ਇਹ ਪਹਿਲਾਂ ਸਾਰੇ ਛੱਡ ਕੇ, ਸੌਰੀ ਤੁਸੀਂ ਮੈਨੂੰ ਕਹਿਣਾ ਮੈਂ ਕਾਮਰੇਡ ਸਾਰੇ ਛੱਡ ਕੇ ਭੱਜ ਗਏ ਸੀਗੇ, ਹਾਲੇ ਸਟੇਟ ਨੇ ਵਾਇਲੈਂਟ ਨਹੀਂ ਕੀਤਾਗਾ ਜਿੱਦਾਂ ਅੱਜ ਉੱਥੇ ਬਾਰਡਰ ਤੇ ਹੋਇਆ ਸੀਗਾ, ਅੱਜ ਸਿੰਘੂ ਬਾਰਡਰ ਤੇ। ਉਦੋਂ ਇਹਨਾਂ ਦੇ ਅੱਜ ਵੀ ਫੋਟੋਆਂ ਪਈਆਂ ਆ, ਉੱਥੇ ਕੁੱਤੇ ਰੱਖੇ ਸਟੇਜਾਂ ਦੇ ਉੱਤੇ, ਤੇ ਕਾਲੀਆਂ ਨੇ ਉਦੋਂ ਰੱਜ ਕੇ ਡਾਂਗਾ ਖਾਧੀਆਂ, ਸਾਰੀ ਕੁੱਟ ਖਾਧੀ। ਉਸ ਤੋਂ ਬਾਅਦ 1982 ਦੀਆਂ ਏਸ਼ੀਅਨ ਗੇਮਾਂ ਦੇ ਵਿੱਚ ਇਹਨਾਂ ਨੇ ਜਦੋਂ ਦਿੱਲੀ ਘੇਰਨੀ ਸੀਗੀ, ਦਿੱਲੀ ਘੇਰੇ ਨੂੰ ਹਰਿਆਣੇ 'ਚ ਜਿੱਦਾਂ ਜਲੀਲ ਕੀਤਾ ਗਿਆ, ਅੱਗੇ ਆਪਾਂ ਅੱਗੇ ਵੀ ਗੱਲ ਕਰਦੇ, ਪਰ ਉਹਦੇ ਵਿੱਚ ਸਭ ਤੋਂ ਵੱਡਾ ਪੱਖ ਸੀਗਾ ਜਿਹੜੀਆਂ ਸਿੱਖ ਜਿਹੜੇ ਆਪਣੇ ਫੌਜੀ ਸੀਗੇ, ਉਹਦੇ ਵਿੱਚ ਜਿੰਨੇ ਵੀ ਅਰਜਨ ਸਿੰਘ ਮਾਰਸ਼ਲ ਹੋਣ ਜਾਂ ਜਗਜੀਤ ਸਿੰਘ ਅਰੋੜਾ, ਇਹਨਾਂ ਨੂੰ ਜਿੰਨਾ ਬੇਇੱਜ਼ਤ ਕੀਤਾ ਗਿਆ ਸੀਗਾ ਉਦੋਂ, ਖਾਸ ਕਰਕੇ ਆਪਣੇ ਗੁਰਬਖਸ਼ ਸੌਰੀ ਤੁਸੀਂ ਉਹ ਜਿਹੜੇ ਕਿਹੜੇ ਆਪਣੇ ਇੰਟੈਲੈਕਚੁਅਲ ਸੀਗੇ, ਖੁਸ਼ਵੰਤ ਸਿੰਘ ਹੁਣੀ ਰਾਜ ਸਭਾ ਦੇ ਮੈਂਬਰ, ਉਹਨਾਂ ਨੇ ਰਾਜ ਸਭਾ ਦੇ ਵਿੱਚ ਇਹਦਾ ਬਿਆਨ ਦਿੱਤਾ ਵੀ ਜੋ ਤੁਸੀਂ ਸਿੱਖਾਂ ਨਾਲ ਕੀਤਾ ਆ ਉਹ ਬਖਸ਼ਣਯੋਗ ਨਹੀਂ ਹੈਗਾ। ਬੇਸ਼ੱਕ ਉਹ ਕਾਂਗਰਸ ਵੱਲੋਂ ਸੀਗੇ ਵੀ ਤੁਸੀਂ ਆਪਣੇ ਆਪ ਇਹ ਗਲਤ ਕੀਤਾ, ਵੀ ਹੁਣ ਸਿੱਖ ਤੁਸੀਂ ਹੁਣ ਇਹ ਪੰਗਾ ਲਿਆ। ਐਨੀਵੇ ਸਾਰਿਆਂ ਨੇ ਫੌਜੀਆਂ ਨੇ ਰਲ ਕੇ ਸ਼੍ਰੋਮਣੀ ਕਮੇਟੀ ਨੂੰ, ਅਕਾਲੀ ਦਲ ਪੰਥ ਨੂੰ, ਇਹਨਾਂ ਦੇ ਨਾਲ ਰਲ ਕੇ ਅੰਮ੍ਰਿਤਸਰ 'ਚ ਮੀਟਿੰਗ ਕੀਤੀ ਵੀ ਅਸੀਂ ਦੱਸੋ ਐਡੀ ਬੇਇੱਜ਼ਤੀ ਸੀ ਕਿ ਅਸੀਂ ਹੁਣ ਕੀ ਕਰੀਏ। ਇਹਨਾਂ ਨੇ ਜਦੋਂ ਸਾਰਾ ਮੋਰਚਾ ਚੱਲਿਆ, ਸੰਤਾਂ ਦਾ ਆਪਣਾ ਮੋਰਚਾ ਚੱਲਦਾਗਾ, ਇੱਧਰ ਲੌਂਗੋਵਾਲ ਨੂੰ ਡਿਕਟੇਟਰ ਬਣਾ ਕੇ ਜਦੋਂ ਇਹਨਾਂ ਦੀ ਸਟੇਟ ਨੇ ਸਾਰਿਆਂ ਪਾਸਿਆਂ ਤੋਂ ਇਹਨਾਂ ਨੂੰ ਘੇਰ ਕੇ ਬੇਇੱਜ਼ਤ ਕਰਨਾ ਸ਼ੁਰੂ ਕੀਤਾ, ਜਿੱਦਾਂ ਅੱਜ ਇਹਨਾਂ ਨੂੰ ਰਾਜੇਵਾਲ ਉਹਨਾਂ ਨੂੰ ਬੇਇੱਜ਼ਤ ਕੀਤਾ ਜਾ ਰਿਹਾ, ਉਦੋਂ ਸੰਤਾਂ ਦੇ ਕੋਲ ਗਏ। ਸੰਤਾਂ ਨੇ ਆਪਣੇ ਤਰੀਕੇ ਮੋਰਚਾ ਲੜਦੇ, ਉਹ ਕਹਿੰਦੇ ਵੀ ਮੈਂ ਤਾਂ ਅਰਦਾਸਾ ਸੋਧ ਕੇ ਜਿਹੜਾ ਮੋਰਚਾ ਲੜਦਾ, ਤੇ ਜੇ ਤੁਸੀਂ ਮੇਰੇ ਕੋਲ ਆਉਣਾ ਤਾਂ ਫਿਰ ਮੇਰੇ ਅਕੋਰਡਿੰਗ ਹੀ ਲੜਨਾ ਪੈਣਾ। ਉਹ ਹੁਣ ਸਾਰਿਆਂ ਨੂੰ ਪਤਾ ਬਾਅਦ ਵਿੱਚ ਕੀ ਆ ਵੀ ਸੰਤਾਂ ਨੇ ਅਨੰਦਪੁਰ ਸਾਹਿਬ ਦਾ ਮਤਾ ਇਹਨਾਂ ਨੇ ਖੁਦ ਦਿੱਤਾ ਸਾਰਿਆਂ ਨੇ, ਉਹਦੇ ਵਿੱਚ ਫਿਰ ਲੈਫਟ ਵਾਲੇ ਜਾਂ ਉਦੋਂ ਵੀ ਮੀਡੀਆ ਇਸੇ ਤਰ੍ਹਾਂ ਦੇ ਵਰਤਾਂਤ ਸਿਰਜਦਾ ਹੁੰਦਾ ਵਾ। ਮੇਰਾ ਕਹਿਣ ਤੋਂ ਭਾਵ ਆ ਸੰਤਾਂ ਨੇ ਉਹ ਜਿਹੜੇ ਹਮਲੇ ਹੁੰਦੇ ਸੀਗੇ, ਸਟੇਟ ਕਰਦੀ ਸੀਗੀ, ਇਹਨਾਂ ਦੇ ਕਾਮਰੇਡਾਂ ਦੇ ਕੀਤੇ, ਅਕਾਲੀਆਂ ਦੇ ਕੀਤੇ ਜਾਂ ਸਾਡੇ ਫੌਜੀਆਂ ਦੇ ਕੀਤੇ, ਉਹਨਾਂ ਸਾਰਿਆਂ ਹਮਲਿਆਂ ਦਾ ਉਹਨਾਂ ਨੇ ਖੁੱਲ੍ਹ ਕੇ ਜਵਾਬ ਦਿੱਤਾ ਸਿੱਧੇ ਹੋ ਕੇ। ਹੁਣ ਉਹਦੇ ਵਿੱਚੋਂ ਉਹ ਵੀ ਸਿੱਖ ਨੇ, ਉਹ ਸਾਡਾ ਗੁਰੂ ਪਾਤਸ਼ਾਹ ਦਾ ਹੀ ਆ ਵੀ ਜਿੱਥੇ ਡੇਗ ਤੇ ਦੋਨੋਂ ਫਤਿਹ ਚੱਲਦੀ ਹੈ, ਨਾਲ ਹੋਣੀ ਹੈ ਰਾਜਨੀਤੀ, ਤੇ ਉਹਨੂੰ ਜਿੱਦਾਂ ਕਿਸੇ ਨੇ ਵਿਆਖਿਆ ਕਰਨੀ ਉਹਦੀ ਜਿੱਦਾਂ ਮਰਜ਼ੀ ਕਰਾਵੇ ਵੀ ਸੰਤ ਕਾਂਗਰਸ ਦੇ ਬੰਦੇ ਫਲਾਨਾ ਧਮਕਾਨਾ, ਉਹੀ ਨੈਰੇਟਿਵ ਅੱਜ ਆ। ਮੈਂ ਤਾਂ ਕਹਿੰਦਾ ਵੀ ਉਹ ਚੀਜ਼ਾਂ ਵਿੱਚ ਆ ਜੇ ਇਹਨਾਂ ਨੂੰ, ਜੇ ਰਾਜੇਵਾਲ ਉਹਨਾਂ ਨੂੰ ਬਦਨਾਮ ਕਰਕੇ, ਠੀਕ ਹੈ ਸਾਨੂੰ ਸਿੱਖ ਪੰਥ ਨੂੰ ਜਿੰਨਾ ਮਰਜ਼ੀ ਕਰੀ ਜਾਣ, ਪਰ ਜੇ ਕੱਲ ਨੂੰ ਇਹਨਾਂ ਦੀਆਂ ਜੋ ਕੀਤਾ ਜਾਂਦਾ, ਸਾਡਾ ਤਾਂ ਫਰਜ਼ ਆ ਨਾ ਇਹਨਾਂ ਦੀਆਂ ਇੱਜ਼ਤਾਂ ਬਚਾਉਣ ਨੂੰ। ਇਹਨਾਂ ਦੇ ਨਾਲ ਜੇ ਧੱਕਾ ਸਟੇਟ ਕਰਦੀ ਹੈ ਤੇ ਅਸੀਂ ਵੀ ਇਹਨਾਂ ਵਰਗੇ ਹੋ ਜਾਈਏ। ਫਿਰ ਇਹਨਾਂ ਦੇ ਮੰਨ ਲਓ ਜੇ ਤੁਸੀਂ ਆਪਣੀ ਜ਼ਮੀਰਾਂ ਮਾਰ ਕੇ ਕਿਸਾਨੀ ਦੀ ਗੱਲ ਕਰਨੀ ਹੈ, ਫਿਰ ਆਪਣੀ ਇੱਜ਼ਤਾਂ ਹੀ ਰੱਖ ਦਿੱਤੀਆਂ ਉਹਨਾਂ ਦੇ ਮੋਹਰੇ, ਸਟੇਟ ਨੇ ਤਾਂ ਸਾਰਾ ਕੁਝ ਕਰਨਾ। ਮੇਰਾ ਕਹਿਣ ਤੋਂ ਭਾਵ ਹੈ ਵੀ ਇਹਨੂੰ ਸਮੁੱਚਤਾ 'ਚ ਵਿਚਾਰੋ, ਇੱਕ ਦੂਜੇ ਦੇ ਕਲੇਸ਼ ਵਿੱਚ ਨਾ ਪਵੋ। ਜੋ ਸਟੇਟ ਹਮਲੇ ਕਰਦੀ ਹੈ ਉਹਦਾ ਜਵਾਬ ਦੇਵੋ। ਜੇ ਤੁਹਾਨੂੰ ਲੱਗਦਾ ਕਿਸਾਨੀ ਦੀ ਗੱਲ ਕਰਨੀ, ਕਰਕੇ ਦੇਖ ਲਓ ਤੁਸੀਂ ਐਲਾਨੀਆਂ ਤੌਰ ਤੇ ਉਹਨਾਂ ਨੂੰ ਕਹਦੇ, ਰਾਜੇਵਾਲ ਸਾਹਿਬ ਕਹਿ ਦੇਣ ਵੀ ਮੈਂ 5 ਕਕਾਰ ਮੋੜ ਦਿੰਦਾ ਆ, ਵੀ ਸਾਰੇ ਜਿੰਨੇ ਉੱਥੇ ਲੱਗਦੇ ਇਹਨਾਂ ਨੂੰ ਵਿੱਚ ਇਹਨਾਂ ਦੇ ਅੰਮ੍ਰਿਤਧਾਰੀ, ਉਹਨਾਂ ਸਾਰਿਆਂ ਨੂੰ ਕਹੋ ਆਪਣੇ ਕਕਾਰ ਮੋੜ ਕੇ। ਕਿਉਂ ਤੁਸੀਂ ਇਦਾਂ ਦੀ ਦਿੱਖ ਦਿਖਾਲਦੇ ਹੋ ਜਿਹਦੇ ਨਾਲ ਤੁਹਾਨੂੰ ਇਹ ਲੱਗੇ ਵੀ ਤੁਸੀਂ ਖਾਲਸਤਾਨੀ ਹੈ ਜਾਂ ਤੁਸੀਂ ਸਿੱਖ ਆ? ਜੇ ਤੁਹਾਨੂੰ ਇੰਨਾ ਡਰ ਲੱਗਦਾ ਵੀ ਸਟੇਟ ਨੇ ਤੁਹਾਨੂੰ ਸਿੱਖ ਦਿੱਖ ਤੋਂ ਹੀ ਕਰਕੇ, ਤੁਹਾਡੇ ਧਰਮ ਦੇ ਕਰਕੇ ਹੀ ਤੁਹਾਡੇ ਤੇ ਹਮਲਾ ਕਰਨਾ, ਤੁਸੀਂ ਸਾਰੀਆਂ ਕੋਸ਼ਿਸ਼ਾਂ ਉਹ ਕਰੋ ਜਿਹਦੇ ਨਾਲ ਤੁਸੀਂ ਕੇਵਲ ਕਿਸਾਨ ਲੱਗੋ। ਘੱਟੋ ਘੱਟ ਇਹ ਰੋਣ ਪਿੱਟਣ ਦਾ ਤਾਂ ਨਾ ਆਪਾਂ ਨੂੰ ਕੰਮ ਕਰਨਾ ਪਵੇ। ਹੁਣ ਜਿਹੜਾ ਸਿੱਖ ਆ ਉਹ ਕਿਸਾਨ ਆਪਣੇ ਆਪ ਨੂੰ ਸਿੱਖ ਵੀ ਸਮਝਦਾ,
ਹੁਣ ਉਹ ਕਿਸਾਨ ਕਿੱਦਾਂ ਤੁਹਾਡੀ ਕਿਸਾਨੀ ਦੀ ਇਕੱਲੀ ਗੱਲ ਕਰੀ ਜਾਵੇ ਆਪਣੀ ਸਿੱਖੀ ਨੂੰ ਅੱਡ ਕਰਕੇ, ਉਹ ਆਪਣੇ ਤਰੀਬ ਨੂੰ ਕਿੱਦਾਂ ਕੱਢ ਕੇ ਬਾਹਰ ਰੱਖ ਦੇਵੇ? ਮੇਰੇ ਖਿਆਲ ਨਾਲ ਇਹ ਚੀਜ਼ਾਂ ਨੂੰ ਸਾਨੂੰ ਸਮੁੱਚਤਾ 'ਚ ਵਿਚਾਰਨ ਦੀ ਲੋੜ ਆ। ਭਾਵੇਂ ਇਤਿਹਾਸ ਆ ਭਾਵੇਂ ਵਰਤਮਾਨ ਆ, ਜੋ ਬੰਦੇ ਨੇ ਕਰੈਕਟਰ ਕੀਤਾ ਹੈ ਇਤਿਹਾਸ, ਜੇ ਉਹਦੀ ਸਮਝ ਵਰਤਮਾਨ ਨੂੰ ਉਹਦੀ ਵਧੀਆ ਨਹੀਂ ਹੈਗੀ ਸਮੁੱਚਤਾ ਵਿਚਾਰਨੀ, ਸੌਰੀ ਟੂ ਸੇ ਜਿੱਡਾ ਮਰਜ਼ੀ ਵਿਦਵਾਨ ਹੈ ਇਤਿਹਾਸ ਨੂੰ ਵੀ ਉਹ ਇਦਾਂ ਹੀ ਵਿਚਾਰੂਗਾ ਜਿੱਦਾਂ ਉਹ ਅੱਜ ਪ੍ਰੈਜ਼ੈਂਟ ਮਤਲਬ ਸਮਝ ਰਿਹਾ। ਤੇ ਉਹ ਸਟੇਟ ਦਾ ਆਪਣਾ ਇੱਕ ਖਾਤਾ ਆ, ਉਹਦੇ ਨਾਲ ਉਹ ਜੇ ਸਮਝਾਂਗੇ ਤਾਂ ਠੀਕ ਹੈ, ਨਹੀਂ ਤਾਂ ਉਹਨੇ ਤਾਂ ਹਮਲੇ ਕਰਨੇ ਆ, ਭਾਵੇਂ ਵਾਇਲੈਂਟ ਹੋ ਕੇ ਕਰੇ ਭਾਵੇਂ ਉਹ ਉਦਾਂ ਮਨੋਵਿਗਿਆਨਕ ਤੌਰ ਤੇ ਕਰੇ। ਧੰਨਵਾਦ ਜੀ। ਰਾਜਪਾਲ ਸਿੰਘ ਜੀ ਲਾਈਨ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਹਾਂਜੀ ਸਿੰਘ ਸਾਹਿਬ, ਦੇਖੋ ਤੁਸੀਂ ਆਰਟੀਕਲ ਜਿਹੜਾ ਆ ਉਹਦੀ ਗੱਲ ਕੀਤੀ, ਉਹਦੇ ਵਿੱਚ ਬਿਲਕੁਲ ਉਹ ਜਿਹੜੀ ਗੱਲ ਆ ਉਹ ਜਿੱਦਾਂ ਵੀ ਬਿਲਕੁਲ ਉਹ ਸਹੀ ਗੱਲ ਆ ਵੀ ਜਿਹੜਾ ਹੁਣ ਜਿੱਧਰ ਨੂੰ ਹਾਲਾਤ ਜਾ ਰਹੇ ਆ, ਇਹ ਹਾਲਾਤ ਇਹੋ ਜਿਹਾ ਰੁਕ ਕਰ ਸਕਦੇ ਆ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਇਸ ਗੱਲ ਤੋਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਆ। ਬਹੁਤ ਵਧੀਆ ਲਿਖਿਆ ਆ। ਤੇ ਜਿਹੜਾ ਸਪੈਸ਼ਲੀ ਜਿਹੜਾ ਧਾਮੀ ਸਾਹਿਬ ਨੇ ਜਿਹੜਾ ਆ ਉਹ ਸੌਰੀ ਫੀਲ ਕੀਤਾ ਆ, ਵਧੀਆ ਗੱਲ ਕੀਤੀ ਆ ਉਹਨੇ। ਪਰ ਮੈਂ ਇੱਥੇ ਕਹਿਣਾ ਚਾਹੁੰਦਾ ਆ ਵੀ ਜਦੋਂ ਧਾਮੀ ਸਾਹਿਬ ਹੋਣੀ ਉਹਨਾਂ ਨੂੰ ਜਾਂ ਮੋਦੀ ਸਾਹਿਬ ਨੂੰ ਅੰਦਰ ਪਾੜ ਕੇ ਤਾਂ ਸਾਨੂੰ ਉੱਥੇ ਬਾਹਰ ਸੜਕਾਂ ਤੇ ਖੜੇ ਕੀਤਾ ਸੀ, ਅਸੀਂ ਉਦੋਂ ਵੀ ਉੱਥੇ ਰੌਲਾ ਪਾਉਂਦੇ ਸੀ ਕਿ ਇਹ ਨਹੀਂ ਸਾਡੇ ਨਾਲ ਆਹ ਕੁਛ ਕਰਨਾ ਆ। ਜੇ ਅਸੀਂ ਪੁਰਾਣੇ ਇਤਿਹਾਸ ਤੋਂ ਨਹੀਂ ਸਮਝਦੇ, ਇਹਨਾਂ ਦੀਆਂ ਨੀਤੀਆਂ ਨੂੰ ਨਹੀਂ ਅਸੀਂ ਆਪਣੇ ਫੈਸਲੇ ਲੈਂਦੇ ਤੇ ਸਾਡੇ ਨਾਲ ਅਨਰਥ ਹੋਣਾ ਹੀ ਹੋਣਾ ਆ। ਜਿੱਥੇ ਅੱਜ ਅਸੀਂ ਜਿੱਦਾਂ ਤੁਸੀਂ ਹੁਣ ਗੱਲ ਕੀਤੀ ਆ ਵੀ ਉਹ ਗੱਲ ਜਿਹੜੀ ਆ ਇਹ ਆਰਟੀਕਲ ਨੂੰ ਵੀ ਤਰੋੜ ਮਰੋੜ ਕੇ ਇਹਦੇ ਭਾਵਾਂ ਤੋਂ ਹੋਰ ਕੱਢੇ ਜਾਂਦੇ ਆ। ਇਸੇ ਤਰ੍ਹਾਂ ਹੀ ਜਿਹੜਾ ਮੀਡੀਆ ਆ, ਹਿੰਦੁਸਤਾਨ ਦਾ ਮੀਡੀਆ ਆ, ਉਹ ਇੱਕ ਕਿਸਾਨੀ ਮੋਰਚੇ ਨੂੰ ਪਾਕਿਸਤਾਨੀ ਤੇ ਅੱਤਵਾਦੀ ਦਾ ਜਿਹੜਾ ਆ ਉਹ ਕਹਿ ਰਿਹਾ। ਤੇ ਜਦੋਂ ਵੀ ਆ ਆਪਣੇ ਰੇਡੀਓ ਤੇ ਵੀ ਆ, ਰੇਡੀਓ ਤੋਂ ਵੀ ਆ ਕੇ ਬੈਠ ਕੇ ਇਹ ਗੱਲ ਕੀਤੀ ਜਾਂਦੀ ਆ ਜੀ ਉਹ ਜੀ ਜੇ ਖਾਲਿਸਤਾਨੀ ਆ ਗਿਆ ਜੀ, ਉਹ ਜੇ ਖਾਲਿਸਤਾਨ ਦੀ ਗੱਲ ਕਰ ਦਿੱਤੀ ਜੀ ਉਹ ਦੂਜਾ ਫਿਰ ਮੋਰਚਾ ਫੇਲ ਹੋ ਜਾਊ। ਹੁਣ ਜਿਹੜੀ ਗੱਲ ਇਹ ਦੇਖਣ ਵਾਲੀ ਆ, ਇਹ ਅਸਲ ਵਿੱਚ ਜਿਹੜੀ ਗੱਲ ਇਹਨਾਂ ਨੂੰ ਕਹਿਣੀ ਚਾਹੀਦੀ ਆ ਕਿ ਉਹ ਭਾਈ ਉਹ ਇਸ ਗੱਲ ਏਦਾਂ ਭੰਡ ਕੇ ਤੋਂ ਇਹਨੂੰ ਫੇਲ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਦ ਕਿ ਇਹ ਜਦੋਂ ਇਸ ਤਰ੍ਹਾਂ ਕਹਿੰਦੇ ਵੀ ਉਹ ਤਾਂ ਏਦਾਂ ਕਰ ਦੇਣਗੇ ਤਾਂ ਇਹਦਾ ਮਤਲਬ ਆ ਕਿ ਇਹ ਤਾਂ ਉਹਨਾਂ ਦੀ ਸਰਕਾਰ ਦੇ ਹੱਕ ਵਿੱਚ ਭੁਗਤ ਰਹੇ ਆ। ਇਸੇ ਤਰ੍ਹਾਂ ਹੀ ਇੱਥੇ ਹੁਣ ਜਿੱਦਾਂ ਅਸੀਂ ਜਿਹੜਾ ਆ ਕਿਸਾਨਾਂ ਦੇ ਹੱਕ ਵਿੱਚ ਜਿਹੜਾ ਮੋਰਚੇ ਲਾ ਰਹੇ ਆ, ਇੱਥੇ ਪ੍ਰੋਟੈਸਟ ਕਰ ਰਹੇ ਉਹਨਾਂ ਦੇ ਹੱਕ ਵਿੱਚ, ਤੇ ਇਸੇ ਤਰ੍ਹਾਂ ਹੀ ਇੱਕ ਸਾਡੇ ਐਡਮਿੰਟਨ ਦੇ ਵਿੱਚ ਵੀ ਹੁਣ ਉਹ ਦੂਜਾ ਜਿਹੜੇ ਭਾਜਪਾ ਵਾਲੇ ਹੈਗੇ ਆ, ਉਹਨੀ ਭਾਰਤ ਸਰਕਾਰ ਦੇ ਮੋਦੀ ਦੇ ਹੱਕ ਦੇ ਵਿੱਚ ਇੱਥੇ 27 ਤਰੀਕ ਨੂੰ ਰੈਲੀ ਕੱਢਣ ਦੀ ਕੋਸ਼ਿਸ਼ ਕਰਨੀ ਹੈਗੀ ਆ। ਤੇ ਮੈਂ ਉਹਨਾਂ ਚੋਂ 3 ਜਿਹੜੇ ਉਹਨਾਂ ਦੇ ਜਿਹੜੇ ਹੈਗੇ ਆ ਸਪਾਂਸਰ, ਉਹਨਾਂ ਨੂੰ ਮੈਂ ਦੂਜਾ ਫੋਨ ਕੀਤਾ ਜਿਹੜੇ ਆਰਗੇਨਾਈਜ਼ਰ ਆ, ਮੈਂ ਭਾਈ ਜੇ ਤੁਸੀਂ ਉੱਥੇ ਇਹੋ ਭਾਰਤ ਦੇ ਹੱਕ 'ਚ ਮੋਦੀ ਹੋਣਾ ਦੇ ਹੱਕ 'ਚ ਤੁਸੀਂ ਇਹੋ ਕੀਤਾ ਤੇ ਅਸੀਂ ਆਪਣਾ ਜਿਹੜਾ ਆ ਪ੍ਰੋਟੈਸਟ ਕਰਾਂਗੇ, ਅਸੀਂ ਉਹਨਾਂ ਕਾਨੂੰਨਾਂ ਦੇ ਖਿਲਾਫ ਉਹ ਸਰਕਾਰ ਦੇ ਖਿਲਾਫ ਇੱਥੇ ਕਰਾਂਗੇ। ਉਹਦੇ ਵਿੱਚ 2 ਜਾਣੇ ਇਹੋ ਕਹਿ ਗਏ ਕਿ ਸਾਡੀ ਤਾਂ ਕਿਸੇ ਨੇ ਸਹਿਮਤੀ ਨਹੀਂ ਲਈ, ਸਾਡਾ ਤਾਂ ਉਦਾਂ ਹੀ ਨਾਂ ਪਾ ਦਿੱਤਾ ਆ। ਤੇ ਮੈਂ ਬਾਕੀ ਜਿਹੜਾ ਇੱਥੇ ਆਪਣੇ ਐਡਮਿੰਟਨ ਦੇ ਜਿਹੜੇ ਬਾਕੀ ਆ ਗਏ ਉਹਨਾਂ ਨੂੰ ਮੈਂ ਬੇਨਤੀ ਕਰਦਾ, ਮੇਰਾ ਫੋਨ ਨੰਬਰ 780-498-1035 ਆ। ਮੈਂ ਉੱਥੇ ਜਾਣਾ ਆ, ਸਾਡੇ ਨਾਲ ਦੇ ਸਾਰੇ ਉੱਥੇ ਜਾਣਗੇ, ਬਾਕੀ ਅਸੀਂ ਪੋਸਟਰ ਵਗੈਰਾ ਵੀ ਪਾਵਾਂਗੇ। ਉਸ ਦਿਨ 27 ਨੂੰ ਜਿੱਦਣ ਉਹਨੇ ਉੱਥੇ ਭਾਰਤ ਦਾ ਮੋਦੀ ਉਹਨਾਂ ਦੇ ਹੱਕ ਦੇ ਵਿੱਚ ਰੈਲੀ ਕਰਨੀ ਆ, ਆਓ ਉੱਥੇ ਆ ਕੇ ਪੀਸਫੁਲੀ। ਮੈਂ ਉਹਨਾਂ ਨੂੰ ਵੀ ਤਿੰਨਾਂ ਨੂੰ ਜਿਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਮੈਂ ਕਿਹਾ ਅਸੀਂ ਪੀਸਫੁਲੀ ਅਸੀਂ ਆਪਣਾ ਜਿਹੜਾ ਰਾਈਟ ਟੂ ਪ੍ਰੋਟੈਸਟ ਆ ਅਸੀਂ ਤੁਹਾਡੇ ਅਗੇਂਸਟ ਪ੍ਰੋਟੈਸਟ ਕਰਾਂਗੇ। ਇੱਥੇ ਵੀ ਸਾਨੂੰ ਸਹਿਯੋਗ ਦੇਣਾ ਚਾਹੀਦਾ, ਜਿੱਦਾਂ ਆਪਣੇ ਆਰਟੀਕਲ 'ਚ ਵੀ ਲਿਖਿਆ ਕਿ ਸਾਨੂੰ ਆਪਣੀ ਜਿਹੜੀ ਗੱਲ ਆ ਉਹ ਕਹਿਣੋਂ ਨਹੀਂ ਹਟਣਾ ਚਾਹੀਦਾ, ਲਗਾਤਾਰ ਨਾਲ ਸੂਝ ਨਾਲ ਗੱਲ ਕਰਦੇ ਰਹਿਣਾ ਚਾਹੀਦਾ ਆ। ਵਧੀਆ ਗੱਲ ਆ, ਇੱਕ ਵਧੀਆ ਸ਼ੁਰੂਆਤ ਹੈਗੀ ਆ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਖਾਲਸਾ ਫਤਿਹ ਜੀ। ਕਰਮਜੀਤ ਸਿੰਘ ਲਾਈਨ ਨੰਬਰ 4। ਕਰਮਜੀਤ ਸਿੰਘ ਜੀ। ਜਗਮੇਲ ਸਿੰਘ ਜੀ ਲਾਈਨ ਨੰਬਰ 5। ਹਾਂਜੀ ਸਿੰਘ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਫਤਿਹ ਜੀ। ਪਹਿਲਾਂ ਬਹੁਤ ਕੁਝ ਕਹਿਤਾ, ਉਹਨੂੰ ਤਾਂ ਨਹੀਂ ਮੈਂ ਰਿਪੀਟ ਕਰਦਾ। ਮੋਦੀ ਕਹਿੰਦਾ ਮੇਰੇ 3 ਬਿੱਲ ਜਿਹੜੇ ਆ ਉਹ ਕਿਸਾਨਾਂ ਦੇ ਸਮਝ ਨਹੀਂ ਆਉਂਦੇ। ਉਹ ਕਹਿੰਦਾ ਮੈਂ ਬਹੁਤ ਕੁਝ ਦਿੱਤਾ ਬਿਨਾਂ ਮੰਗਿਆ ਤੋਂ, ਕੀ ਟਾਇਲਟ ਦਿੱਤੇ, ਲੋਕਾਂ ਨੂੰ ਸਿਲੰਡਰ ਦਿੱਤੇ, ਤੇ ਉਹ ਕਹਿੰਦਾ ਲੋਕਾਂ ਨੂੰ ਬਿਜਲੀ ਦਿੱਤੀ, ਘਰ ਬਣਾ ਕੇ ਦਿੱਤੇ, ਤੇ 3 ਤਲਾਕ ਦੀ ਗੱਲ ਬਾਹਲੀ ਕਰਦਾ ਜਿਹੜੇ ਕਿ ਉਹ ਪਹਿਲੇ ਅਦਾਲਤ ਨੇ ਕਰ ਦਿੱਤਾ ਸੀ। ਹੁਣ ਉਹਨੂੰ ਕੋਈ ਪੁੱਛਣਾ ਹੋਵੇ ਵੀ ਤੇਰੇ ਕੋਲੋਂ ਨੋਟਬੰਦੀ ਮੰਗੀ ਸੀ ਲੋਕਾਂ ਨੇ, ਤੇਰੇ ਕੋ ਉਹ ਆਪਣੀ GST ਮੰਗੀ ਸੀ, ਤੇਰੇ ਕੋ 15-15 ਲੱਖ ਰੁਪਈਆ ਜਿਹੜੇ ਤੂੰ ਦੇਣ ਦੀ ਗੱਲ ਕੀਤੀ ਉਹ ਮੰਗੀ ਸੀ, ਤੂੰ ਸਾਰਾ ਇੰਡੀਆ ਵੇਚ ਦਿੱਤਾ, ਇਹ ਲੋਕਾਂ ਨੇ ਮੰਗਿਆ ਸੀ।
ਤੂੰ ਬੈਂਕ 'ਚ ਲੁੱਟ ਲਏ, ਇਹ ਇੰਡੀਆ ਨੇ ਮੰਗਿਆ ਸੀ। ਤੂੰ ਸੜਕਾਂ ਪੱਟ ਕੇ ਵੱਡੇ ਵੱਡੇ ਉਹ ਨੋਕ ਦਾ ਉਹ ਕੀਲੇ ਲਾਤੇ ਉੱਥੇ ਲੋਹੇ ਦੇ, ਇਹ ਕਿਸਾਨਾਂ ਨੂੰ ਤੂੰ ਉੱਥੇ ਵੜਨ ਦਿੱਤਾ, ਇਹ ਕਿਸਾਨਾਂ ਨੇ ਮੰਗਿਆ ਸੀ ਤੇਰੇ ਕੋਲੋਂ। ਇਹ ਬੇਸ਼ਰਮ ਐਡਾ ਹੈ, ਇਹ ਧੀਸ ਕਿਸੇ ਦਾ ਜਵਾਬ ਨਹੀਂ ਦਿੰਦਾ। ਇੱਥੇ ਕਦੇ ਪ੍ਰੈਸ ਕਾਨਫਰੰਸ ਨਹੀਂ ਕੀਤੀ। ਔਰ ਮੈਂ ਇੱਥੇ ਗੱਲ ਇੱਕ ਹੋਰ ਜ਼ਰੂਰੀ ਕਹਾਂਗਾ, ਉਹ ਇਹ ਹੈ ਕਿ ਸੰਨ 78 ਵਿੱਚ ਸਾਡੇ ਗਲ ਪਾਤਾ ਬਾਦਲ ਨੇ ਕੰਮ, ਜਦ ਕਿ ਸਿਕਿਉਰਿਟੀ ਇੰਚਾਰਜ ਨੇ ਗੱਲ ਕਹਿਤੀ ਸੀ ਵੀ ਅੰਮ੍ਰਿਤਸਰ ਵਿੱਚ ਨੰਕਾਰੀਆਂ ਦਾ ਨਾ ਕਰਾਈ। ਇਹ ਬਹੁਤ ਇਹਦਾ ਰਿਜ਼ਲਟ ਮਾੜਾ ਨਿਕਲੂ, ਪਰ ਉਹਨੇ ਆਪ ਦਾ ਰਾਜ ਭਾਗ ਕਰਨ ਦੀ ਖਾਤਰ ਬਹੁਤ ਕੁਝ ਕਰਤਾ। ਉਦੋਂ ਬਾਅਦ ਬਹੁਤ ਕੁਝ ਕੀਤਾ ਉਹਨੇ ਆਪਦੇ ਰਾਜ ਭਾਗ ਦੇ ਵਿੱਚ। ਔਰ ਹਰਸਿਮਰਤ ਨੇ ਜ਼ਰੂਰ ਪਾਰਲੀਮੈਂਟ ਵਿੱਚ ਉਹਦੇ ਧੋਣੇ ਧੋਤੇ। ਹੋਰ ਮੈਂ ਨਹੀਂ ਕਹਿਣਾ, ਬਸ ਇੰਨਾ ਬਹੁਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ। ਇਹ ਸੀ ਅੱਜ ਦਾ ਪ੍ਰੋਗਰਾਮ ਜੀ। ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਨਿਗਾਹ ਦੇ ਨਾਲ ਵੇਖੋ, ਉਹਨੂੰ ਪੜਚੋਲੋ। ਜੇ ਕਿਸੇ ਕੋਈ ਜ਼ੁਲਮ ਕਰਦਾ ਹੈ, ਕੋਈ ਨੈਰੇਟਿਵ ਗਲਤ ਕਰਦਾ, ਉਹਦੇ ਖਿਲਾਫ ਗੱਲ ਕਰਨੀ ਕੋਈ ਪਾਪ ਨਹੀਂ ਹੈ। ਡਾਇਲੌਗ ਇਹ ਕਰ ਰਹੇ ਹਾਂ ਅਸੀਂ ਵੀ, ਕੋਈ ਮੋਢਿਆਂ ਤੇ ਰਫਲਾ ਨਹੀਂ ਰੱਖੀ ਬੈਠੇ। ਕਈ ਵਾਰ ਲੱਗਣ ਲੱਗ ਜਾਂਦਾ, ਦੇਖੋ ਜੀ ਇਹ ਸ਼ਾਂਤ ਪਾਣੀ, ਠੰਡੇ ਪਾਣੀ, ਗਰਮ ਪਾਣੀ, ਜਿਹੜੇ ਤੁਹਾਨੂੰ ਪਾਣੀ ਸਹੀ ਲੱਗਦੇ ਉਹਨਾਂ ਨਾਲ ਨਹਾ ਲਿਆ ਕਰੋ, ਲੋਕਾਂ ਵੱਲ ਨਾ ਉਂਗਲ ਕਰਿਆ ਕਰੋ, ਆਪਣੀ ਵਿਦਵਤਾ ਆਪਣੇ ਕੋਲ ਰੱਖਿਆ ਕਰੋ। ਧੰਨਵਾਦ ਬਹੁਤ ਬਹੁਤ। ਰੱਬ ਰਾਖਾ।